ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ रूप रंग अर रेख भेख को कह न सकत किहे अचल मूर्त अनुभव प्रकाश अमित तोज कहजै कोट इंद्र इंद्राण साहे सहाण गणजै त्रिभुवन महीप सुर नर सुर नेत नेत बन तृण कहत तद सब सर्ब नाम कथा कवन कर्म नाम बरनत सुमत कहाँ तुच्छ प्रभ बुद्ध हमारी बरन सकै महिमा जो तिहारी हम न सगत कर सिफत तुम्हारी आप लिहो तुम कथा सुधारी हम न सगत कर सिफत तुम्हारी आप लिहो तुम कथा सुधारी। सतनाम श्री वाहिगुरु जी। एक ओंकार श्री वाहिगुरु जी की फतह। पातशाही दसवीं कबियो बाच बेनती चौपई। हमरी करो हाथ दै रक्षा पूरन होए चित्त की इच्छा। तब चरणन मन रहे हमारा अपना जान करो प्रतपारा। हमरी करो हाथ दै रक्षा। वाहिगुरु जी का खालसा वाहिगुरु जी की फतेह। धन धन गरीब नवाज दसां ही पातशाहियां जी की आत्मक जोत पवित्र स्वरूप हाजरा हजूर जहरा जहूर कल जो के बोहित नाम बाणी के जहाज तख्त चौर छत्र के मालक वालिए दो जहान सरवरे कायनात। धन 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 सतगुरु श्री गुरु ग्रंथ साहिब सच्चे पातशाह महाराज जी जिन्हां दी महान महान रहमत कृपालता मेहर दया दा सदका आपां हुणे संध्या समय दे दीवानां दीयां हाजरियां भर रहे हो। आप सब संगत पहला रहरा साहिब अमृत बाणी दे जाप उपरंत बहुत ही गुरमुख प्यारे बजुर्ग बाबा जी अमृत बाणी दे कीर्तन शब्द बड़े ही प्यार नाल पढ़ रहे सन ते नाल नाल तबले दी सेवा गुरमुख प्यारे बाणी बाणी दे धारने इत्थों दे महान सेवादार ग्रंथी साहब सिंह साहब ज्ञानी कुलदीप सिंह जी आप संगतां बैठ के हाजरियां भर रहे हो। सतगुरां ने साढ़े ते महान दया कृपालता मेहर कीती है। जिहड़े माघ दे महीने दे समागम चल रहे हैं मैनूं हुणे पता लग्या
ਗਿਆਨੀ ਅਮਰਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਚੱਲ ਰਹੇ ਸਨ ਸੁਖਮਨੀ ਸਾਹਿਬ ਦੇ ਜਾਪ। ਉਹਨਾਂ ਦੀ ਅੱਜ ਅੰਮ੍ਰਿਤ ਵੇਲੇ ਸੰਪੂਰਨਤਾ ਹੋਈ ਹੈ। ਸੁਖਮਨੀ ਸਾਹਿਬ ਦੇ ਜਾਪ ਅੱਜ ਅਖੰਡ ਪਾਠ ਸਾਹਿਬ ਸੁਖਮਨੀ ਸਾਹਿਬ ਦੇ। ਵਾਹ ਜੀ ਵਾਹ, ਇਹ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ। ਧੁਰ ਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਦਾ ਮਹਾਨ ਪ੍ਰਵਾਹ ਚੱਲ ਰਿਹਾ ਸੀ ਤੇ ਨਾਲ ਨਾਲ ਸੁਖਮਨੀ ਸਾਹਿਬ ਦੇ ਜਾਪ। ਭਾਈ ਸਾਹਿਬ ਨੇ ਦੱਸਿਆ, ਜਿਹੜਾ ਪੋਸਟਰ ਛਾਪਿਆ ਹੈ ਉਹਦੇ ਤੇ ਵੀ ਇਹ ਲਿਖਿਆ ਵੀ ਇਹ ਮਾਘ ਦੇ ਮਹੀਨੇ ਦੇ ਸਮਾਗਮ ਚੱਲ ਰਹੇ ਨੇ। ਸੁਖਮਨੀ ਸਾਹਿਬ ਦਾ ਮਹਾਨ ਜਾਪ ਹੋਇਆ, ਗੁਰਬਾਣੀ ਦੇ ਜਾਪ ਹੋਏ ਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਸੁਖਮਨੀ ਸਾਹਿਬ ਦਾ ਭਾਵ ਇਹ ਆ ਵੀ ਸੁੱਖਾਂ ਦੀ ਮਣੀ, ਜਿਹਦਾ ਨਿਯਮ ਨਾਲ ਪਾਠ ਕਰਨ ਕਰਕੇ ਮਣਾ ਮੋਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਣਾ ਮੋਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਥੋੜਾ ਬੇਨਤੀ ਕਰਦੇ ਹਾਂ ਸੁਖਮਨੀ ਸਾਹਿਬ ਦੀ ਉਥਾਨਕਾ ਬਾਰੇ। ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਚਨਾ ਕਰ ਰਹੇ ਸਨ, ਰਾਮਸਰ ਸਾਹਿਬ ਜੀ ਦਾ ਪਾਵਨ ਪਵਿੱਤਰ ਸਥਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਹੋ ਰਹੀ ਹੈ। ਗੁਰੂ ਸਾਹਿਬ ਜੀ ਦੇ ਅਨੰਨ ਸੇਵਕ ਭਾਈ ਗੁਰਦਾਸ ਸਾਹਿਬ ਜੀ ਗੁਰਬਾਣੀ ਲਿਖੀ ਜਾ ਰਹੇ ਨੇ ਤੇ ਉਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼ਾਂਤਮਈ ਦੇ ਸੁਹਮੇ ਸ਼ੀਤਾਂ ਕੇ ਸਰਤਾਜ ਬਾਣੀ ਕੇ ਬੋਝ ਦੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਉਚਾਰਨ ਕਰ ਰਹੇ ਨੇ। ਉਹਨਾਂ ਸਮਿਆਂ ਦੇ ਵਿੱਚ ਉਹਦੇ ਮਹਾਨ ਗੁਰਬਾਣੀ ਦਾ ਜਹਾਜ਼ ਜੋ ਬਣ ਰਿਹਾ ਸੀ, ਗੁਰਬਾਣੀ ਦੀ ਲਿਖਾਈ ਹੋ ਰਹੀ ਸੀ, ਉਦੋਂ ਸਿੱਖਾਂ ਪਿਆਰਿਆਂ ਨੇ, ਜਿਨ੍ਹਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਲੋ ਜੀ ਬ੍ਰਹਮ ਗਿਆਨੀ, ਭਾਈ ਗੁਰਦਾਸ ਸਾਹਿਬ ਜੀ, ਹੋਰ ਮੁਖੀ ਸਿੱਖਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਹਜ਼ੂਰ ਪ੍ਰਾਰਥਨਾ ਕੀਤੀ, ਅਰਦਾਸ ਕੀਤੀ, ਆਪਣੇ ਦਿਲਾਂ ਦੀ ਇੱਛਾ ਮਹਾਰਾਜ ਦੇ ਸਾਹਮਣੇ ਸਾਡੇ ਕਲਿਆਣ ਲਈ, ਸਾਡੇ ਜੋ ਆਪਾਂ ਬੈਠੇ ਨਾ ਕਲਯੁਗੀ ਜੀਵ ਸਾਰੇ, ਇਹਨਾਂ ਦੇ ਕਲਿਆਣ ਲਈ ਸਿੱਖਾਂ ਪਿਆਰਿਆਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਹਜ਼ੂਰ ਬੇਨਤੀ ਕੀਤੀ, ਮਹਾਰਾਜ ਕਿਰਪਾਲਤਾ ਕਰੋ, ਮਿਹਰ ਕਰੋ। ਇਹ ਆਪ ਜੀ ਗੁਰਬਾਣੀ ਦਾ ਮਹਾਨ ਜਹਾਜ਼ ਬਣਾ ਰਹੇ ਹੋ, ਜੀ ਤੇ ਸੰਸਾਰ ਸਮੁੰਦਰ ਸੁਖੈਨ ਹੀ ਤਰਿਆ ਜਾ ਸਕਦਾ ਹੈ। ਮਹਾਰਾਜ ਜੀ ਕੋਈ ਐਸੀ ਬਾਣੀ ਦੀ ਰਚਨਾ ਕਰੋ ਜਿਸ ਨੂੰ ਪੜ੍ਹਨ ਕਰਕੇ, ਜਿਸ ਦਾ ਜਾਪ ਕਰਨ ਕਰਕੇ, ਜਿਸ ਦਾ ਪਾਠ ਪਠਨ ਕਰਨ ਕਰਕੇ ਜੋ ਸਾਡੇ 24,000 ਸਵਾਸ ਹੈ ਨਾ ਉਹ ਸਫਲੇ ਹੋ ਜਾਣ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਭਾਈ ਸਾਲੋ ਜੀ, ਉਹ ਸਭ ਦੇ ਮੁਖੀ ਸਿੱਖ ਜੋ ਵੀ ਸਨ, ਉਹਨਾਂ ਦੀ ਬੇਨਤੀ ਨੂੰ ਕਬੂਲ ਕਰਦਿਆਂ ਇਸ ਬਾਣੀ ਸੁਖਮਨੀ ਸਾਹਿਬ ਦੀ ਰਚਨਾ ਕੀਤੀ। ਤੁਸੀਂ ਜਦੋਂ ਇੱਧਰੋਂ ਚਾਟੀਵੰਡ ਚੌਂਕ ਅੰਮ੍ਰਿਤਸਰ ਸਾਹਿਬ ਆਪਾਂ ਜਾਂਦੇ ਹਾਂ, ਸ਼ਹੀਦਾਂ ਸਾਹਿਬ ਗੁਰਦੁਆਰਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ, ਤਾਂ ਹੁਣ ਤਾਂ ਰਸਤਾ ਵਿੱਚ ਦੀ ਨਿਕਲ ਜਾਈਦਾ ਕਿ ਰਾਮਸਰ ਸਾਹਿਬ ਹੈ। ਉੱਥੇ ਮੰਜੀ ਸਾਹਿਬ ਵਿਸ਼ੇਸ਼
ਸੁਭਾਏਮਾਨ ਹੈ। ਸਰੋਵਰ ਦੇ ਕਿਨਾਰੇ, ਸਰੋਵਰ ਦਾ ਨਾਮ ਹੈ ਰਾਮਸਰ ਸਾਹਿਬ, ਤੇ ਗੁਰੂ ਘਰ ਦਾ ਨਾਮ ਹੀ ਉਸੇ ਕਰਕੇ ਰਾਮਸਰ ਸਾਹਿਬ ਪ੍ਰਸਿੱਧ ਹੈ। ਉੱਥੇ ਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਹੋਈ ਹੈ। ਤੇ ਉਹ ਸਰੋਵਰ ਦੇ ਕਿਨਾਰੇ ਤੇ ਗੁਰਦੁਆਰਾ ਸੁਭਾਏਮਾਨ ਹੈ, ਮੰਜੀ ਸਾਹਿਬ, ਜਿੱਥੇ ਸੁਖਮਨੀ ਸਾਹਿਬ ਦਾ ਉਚਾਰਨ ਹੋਇਆ ਹੈ। ਅੱਜ ਕੱਲ੍ਹ ਮੌਜੂਦਾ ਸਮੇਂ 'ਚ ਜਾਓ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਗੋਲਡਨ ਆਫਸੈਟ ਪ੍ਰੈਸ ਚੱਲ ਰਹੀ ਹੈ, ਉਸੇ ਸਥਾਨ 'ਤੇ ਹੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਹੋਣ ਕਰਕੇ। ਤੇ ਹੁਣ ਜਿਹੜੀ ਛਪਾਈ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੁੰਦੀ, ਉਹ ਵੀ ਉੱਥੇ ਰਾਮਸਰ ਸਾਹਿਬ ਹੋ ਰਹੀ ਹੈ। ਸੋ ਬੇਨਤੀ ਕਰ ਰਹੇ ਸਾਂ ਸ੍ਰੀ ਸੁਖਮਨੀ ਸਾਹਿਬ ਜੀ ਬਾਰੇ। ਉੱਥੇ ਮਹਾਰਾਜ ਨੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਇਸ ਮਹਾਨ ਅੰਮ੍ਰਿਤ ਬਾਣੀ ਦਾ ਉਚਾਰਨ ਕੀਤਾ, ਰਚਨਾ ਕੀਤੀ। ਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਲਯੁਗ ਦਾ ਬੜਾ ਸਮਾਂ, ਇਹਨਾਂ ਭਜਨ ਤਾਂ ਕਰ ਹੀ ਨਹੀਂ ਸਕਦੇ ਲੋਕ, ਵੀ 24 ਘੰਟੇ ਭਜਨ ਕਰੀਏ ਤੇ ਸਵਾਸ ਸਵਾਸ ਸਾਡਾ ਸਫਲਾ ਕਿਵੇਂ ਹੋਵੇਗਾ। ਘਰ ਭਾਰੀ ਸਿੱਖ ਨੇ। ਤੇ ਇੱਕ ਇਹ ਵੀ ਬੇਨਤੀ ਕਰਦਾ, ਮੈਂ ਸਿੱਖ ਲਫ਼ਜ਼ ਇੱਥੇ ਵਰਤਿਆ, ਇਸ ਗੁਰਬਾਣੀ ਦਾ ਕੋਈ ਵੀ ਪਾਠ ਕਰੇ ਉਸੇ ਨੂੰ ਲਾਭ ਪ੍ਰਾਪਤ ਹੋਵੇਗਾ। ਸਿੱਖ ਹੈ, ਹਿੰਦੂ ਹੈ, ਈਸਾਈ ਕੋਈ ਹੋਵੇ, ਗੁਰਬਾਣੀ ਸਭ ਦੀ ਸਾਂਝੀ ਆ। ਅਵਤਾਰ ਗੁਰੂ ਪੀਰ ਸਭ ਦੇ ਸਾਂਝੇ ਹੁੰਦੇ ਨੇ। ਤੋ ਇਸ ਮਹਾਨ ਅੰਮ੍ਰਿਤ ਬਾਣੀ ਦੀ ਰਚਨਾ ਕੀਤੀ ਮਹਾਰਾਜ ਸੱਚੇ ਪਾਤਸ਼ਾਹ। ਸਮਾਂ ਬੜਾ ਭਿਆਨਕ ਹੈ, ਇਤਨਾ ਕੋਲ ਕਿਸੇ ਕੋਲ ਸਮਾਂ ਹੀ ਨਹੀਂ ਹੋਣਾ ਕਿ ਗੁਰਬਾਣੀ ਦਾ ਜਾਂ ਸਿਮਰਨ ਆਪ ਕਰਦਾ ਰਹੇ 24 ਘੰਟੇ ਦੇ, ਉਹਦੇ 24,000 ਸਵਾਸ ਸਫਲ ਹੋ ਜਾਣ। ਤੇ ਗੁਰੂ ਪਾਤਸ਼ਾਹ ਨੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਦਾ ਹੋਇਆ ਇਸ ਬਾਣੀ ਦਾ ਜੋ ਉਚਾਰਨ ਕੀਤਾ, ਜਿਹਦੇ ਸਾਧ ਸੰਗਤ ਜੀ 24,000 ਅਕਸ਼ਰ ਹਨ ਤੇ 24 ਸ਼ਲੋਕ ਅਸ਼ਟਪਦੀਆਂ ਨੇ। 24,000 ਹੀ ਸਾਨੂੰ ਸਵਾਸ ਆਉਂਦਾ 24 ਘੰਟਿਆਂ ਵਿੱਚ। ਇੱਕ ਵਾਰੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰ ਲਈਏ ਤੇ ਸਾਡੇ 24,000 ਜੇ ਸਵਾਸ ਸਫਲੇ ਹੋ ਜਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਮਹਾਨ ਪਵਿੱਤਰ ਅੰਮ੍ਰਿਤ ਬਾਣੀ ਦੇ ਵੀ ਅੱਜ ਜਾਪ ਸੰਪੂਰਨ ਹੋਏ ਨੇ। ਉਹਨਾਂ ਸਮਿਆਂ ਦੇ ਵਿੱਚ ਸਾਧ ਸੰਗਤ ਜੀ, ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਪਾਵਨ ਸੇਵਾ ਕਰਵਾ ਰਹੇ ਸਨ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਇੱਕ ਉਸ ਸਮੇਂ ਦਾ ਵਜ਼ੀਰ ਸੀ, ਉਹਦਾ ਨਾਮ ਸੀ ਵਜ਼ੀਰ ਖਾਂ ਵਜ਼ੀਰ। ਉਸ ਨੂੰ ਜਲੋਦਰ ਦੀ ਬਿਮਾਰੀ ਸੀ। ਜਲੋਦਰ ਹੁੰਦਾ ਵੀ ਜਲ ਦੇ ਨਾਲ ਉਧਰ ਨੇ ਵੱਡਾ ਹੋ ਜਾਣਾ, ਪੇਟ 'ਚ ਪਾਣੀ ਪੈ ਜਾਣਾ, ਅੱਜ ਕੱਲ੍ਹ ਜਿਹਨੂੰ ਕਹਿ ਦਿੰਦੇ ਆ। ਉਹ ਬੜੀ ਇਲਾਜ ਬਿਮਾਰੀ ਸੀ। ਵਜ਼ੀਰ ਖਾਂ ਵਜ਼ੀਰ, ਵੇਖੋ ਮੁਸਲਮਾਨ ਸੀ ਉਹ, ਤੇ ਸਰਕਾਰੀ ਮੁਲਾਜ਼ਮ ਸੀ, ਵਜ਼ੀਰ ਸੀ ਸਰਕਾਰ ਦਾ। ਉਹਨੂੰ ਜਲੋਦਰ ਦੀ ਬਿਮਾਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਹਜ਼ੂਰ ਆਇਆ, ਬੜੀ ਭਾਵਨਾ ਰੱਖ ਕੇ, ਮਹਾਰਾਜ ਕਿਰਪਾਲਤਾ ਕਰੋ, ਤੁਰਿਆ ਨਾ ਜਾਵੇ, ਦੇਖੋ ਤੁਰਿਆ ਨਾ ਜਾਵੇ, ਦੇਖੋ ਦਮ ਪੜਦਾ ਹੀ ਜੋ ਚੱਲਦਾ ਸੀ, ਪੇਟ ਵਿੱਚ ਪਾਣੀ ਭਰਿਆ ਹੋਇਆ ਸੀ। ਤੇ ਇਤਿਹਾਸ ਵਿੱਚ ਇਸ ਪ੍ਰਕਾਰ ਵੀ ਜ਼ਿਕਰ ਆਉਂਦਾ, ਕਹਿੰਦੇ ਜਾਓ ਬਾਬਾ ਬੁੱਢਾ ਸਾਹਿਬ ਦੀ ਇਲਾਜ ਕਰਨਗੇ। ਬਾਬਾ ਬੁੱਢਾ ਸਾਹਿਬ ਜੀ ਉਦੋਂ ਕਾਰ ਦੀ ਜਿਹੜੀ ਟੋਕਰੀ ਭਰੀ ਹੋਈ ਨਾ ਸਿਰ ਤੇ, ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ, ਬਾਬਾ ਜੀ ਨੇ ਉਹ ਟੋਕਰੀ ਉਹਦੇ ਕੜਮ ਦੇਣੇ ਪੇਟ ਤੇ ਮਾਰੀ, ਉਹਦਾ ਪਾਣੀ ਉਦੋਂ ਹੀ ਨਿਕਲ ਗਿਆ ਮੂੰਹ ਰਾਹੀਂ। ਤੇ ਨਾਲ ਹੀ ਬੜਾ ਇਹਦਾ ਹਾਸਾ ਮਖੌਲ ਵੀ ਉਦੋਂ ਹੋਇਆ ਵੀ ਮਹਾਰਾਜ ਨੇ ਇਲਾਜ ਕਰਨ ਭੇਜਿਆ ਸੀ, ਪਰ ਇਹ ਮਹਾਂਪੁਰਸ਼ਾਂ ਦੀ ਰਚਨਾ ਹੁੰਦੀ ਹੈ। ਫਿਰ ਉਸ ਦਿਨ ਤੋਂ ਹੀ ਮਹਾਰਾਜ ਨੇ ਹੁਕਮ ਕੀਤਾ ਸੀ ਵਜ਼ੀਰ ਖਾਂ ਵਜ਼ੀਰ ਨੂੰ, ਤੂੰ ਸੁਖਮਨੀ ਸਾਹਿਬ ਦੇ ਪਾਠ ਕਰਿਆ ਕਰ, ਜਲੋਦਰ ਦੀ ਬਿਮਾਰੀ ਤੇ ਤੇਰੀ ਠੀਕ ਹੋਈ ਜਾਣੀ, ਹੋਰ ਅੱਗੇ ਵੀ ਤੈਨੂੰ ਕੋਈ ਹੋਰ ਬਿਮਾਰੀ ਵੀ ਨਹੀਂ ਲੱਗੇਗੀ।
ਤੋ ਵਜ਼ੀਰ ਖਾਂ ਵਜ਼ੀਰ ਨੇ ਬੜੀ ਸ਼ਰਧਾ ਨਾਲ ਪਾਠ ਕਰਿਆ ਕਰਨਾ। ਜਿਤਨਾ ਚਿਰ ਉਹਦੇ ਸਵਾਸ ਰਹੇ ਆ, ਸ੍ਰੀ ਸੁਖਮਨੀ ਸਾਹਿਬ ਦਾ ਅਤਿਅੰਤ ਸ਼ਰਧਾ ਨਾਲ ਵਜ਼ੀਰ ਖਾਂ ਵਜ਼ੀਰ ਪਾਠ ਕਰਦਾ ਰਹੇ। ਪਹਿਲੀ ਇਸ ਦਾ ਕੌਤਕ ਹੈ ਅੰਮ੍ਰਿਤ ਬਾਣੀ ਦਾ ਇਤਿਹਾਸ ਵਿੱਚ ਜ਼ਿਕਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ। ਤੋ ਜੀਵਨ ਭਰ ਵਜ਼ੀਰ ਖਾਂ ਵਜ਼ੀਰ ਇਸ ਮਹਾਨ ਅੰਮ੍ਰਿਤ ਬਾਣੀ ਦਾ ਪਾਠ ਪਠਨ ਕਰਦਾ ਰਿਹਾ। ਉਹਨੂੰ ਮੁੜ ਕਦੀ ਉਹ ਬਿਮਾਰੀ ਲੱਗੀ ਹੋਈ ਨਹੀਂ। ਬੜੀਆਂ ਸਾਖੀਆਂ। ਅੱਜ ਇੱਕ ਗੁਰਮੁਖ ਪਿਆਰਾ ਮੇਰੇ ਨਾਲ ਗੱਲ ਕਰ ਰਿਹਾ ਸੀ, ਉਹ ਕੋਈ ਮੁਲਾਜ਼ਮ ਸੀ ਸਰਕਾਰੀ, ਸਾਡੇ ਨਾਲ ਸੰਬੰਧਿਕ ਵੀ। ਮੈਨੂੰ ਕਹਿੰਦਾ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ। ਮੈਂ ਸ਼ੁਕਰ ਹੈ, ਬਹੁਤ ਧੰਨਵਾਦ, ਪਰ ਤੂੰ ਸਟੀਕ ਲੈ ਕੇ ਆ। ਕਹਿੰਦਾ ਸਟੀਕ ਕਿਹੜਾ ਲਵਾਂ? ਮੈਂ ਸਟੀਕ ਤੋਂ ਲੈ ਜਿਹਦੇ ਵਿੱਚ ਸਾਖੀਆਂ ਹੋਣ। ਸਾਖੀਆਂ ਨਾਲ ਨਾ ਮਨ ਪਕੜਿਆ ਜਾਂਦਾ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਤੇ ਮੈਂ ਨਿਆਣੇ ਹੁੰਦੇ ਨੂੰ ਸਟੀਕ ਪੜ੍ਹਿਆ ਸੀ, ਤੇ ਤੁਹਾਨੂੰ ਵੀ ਬੇਨਤੀ ਕਰਦੇ ਸਟੀਕ ਪੜ੍ਹਿਆ ਕਰੋ। ਅਰਥ ਬੋਧ ਦਾ ਪਤਾ ਲੱਗੇ, ਬਾਣੀ ਦਾ ਜ਼ਿਆਦਾ ਭਾਵ ਅਰਥ ਲੱਗ ਜਾਵੇ ਨਾ ਪਤਾ, ਜ਼ਿਆਦਾ ਫਲ ਫਿਰ ਫਲ ਪ੍ਰਾਪਤ ਹੁੰਦਾ। ਮਨ ਦੀ ਇਕਾਗਰਤਾ ਜਿਹੜੀ ਉਹ ਬਣੀ ਰਹਿੰਦੀ ਹੈ। ਇੱਥੋਂ ਫਿਰ ਮੋਗਿਓਂ ਸਟੀਕ ਲੈ ਕੇ ਆਓ। ਬਾਹਰੋਂ ਸੀ ਉੱਧਰੋਂ ਕੋਈ ਨਿਹਾਲ ਸਿੰਘ ਵਾਲੇ ਤੋਂ ਸਿੰਘ। ਫਿਰ ਉਹਨਾਂ ਨਾਲ ਮੇਰੇ ਨਾਲ ਗੱਲ, ਮੈਂ ਇਹਨੂੰ ਸੋਢੀ ਤੇਜਾ ਸਿੰਘ ਦਾ ਸਟੀਕ ਦਿਓ, ਉਹਦੇ ਸਾਖੀਆਂ ਬੜੀਆਂ ਲਿਖੀਆਂ ਹੋਈਆਂ ਨੇ, ਅਤੇ ਉਹ ਨਾਲ ਜਿਤਨੇ ਸੁਖਮਨੀ ਸਾਹਿਬ ਦੀਆਂ ਪ੍ਰਾਪਤੀਆਂ ਉਹਦੇ ਵਿੱਚ ਲਿਖੀਆਂ ਨੇ। ਹੋਰ ਬੜੇ ਲੇਖਕਾਂ ਨੇ ਸੁਖਮਨੀ ਸਾਹਿਬ ਦੀ ਮਹਿਮਾ ਲਿਖੀ, ਜਿਹਦੀ ਬਾਣੀ ਦੇ ਅੱਜ ਤੁਸੀਂ ਸਾਧ ਸੰਗਤ ਜੀ ਸੁਭਾ ਸੰਪੂਰਨਤਾ ਕੀਤੀ। ਮਾਘ ਦੇ ਮਹੀਨੇ ਵਿੱਚ ਬੜੇ ਸੁੱਖ ਸਿੱਖ ਪਿਆਰੇ ਪੜ੍ਹਦੇ ਨੇ, ਮਹਾਨ ਅੰਮ੍ਰਿਤ ਬਾਣੀ ਦੇ ਜਾਪ ਕਰਦੇ ਨੇ। ਇੱਕ ਮੈਂ ਜਿਹੜੀ ਅਖੀਰ ਤੇ ਗੱਲ ਕਹਿਣੀ ਆ, ਬੜੀ ਮਹਿਮਾ ਹੈ। ਸਾਡੇ ਬਹੁਤ ਸਤਿਕਾਰਯੋਗ ਮਹਾਂਪੁਰਸ਼ਾਂ ਦੇ ਸ਼ਰਧਾਲੂ ਸਨ। ਰੋਪੜ ਤੋਂ ਗਿਆਨੀ ਈਸ਼ਰ ਸਿੰਘ ਜੀ ਰਾਮਗੜੀਆ, ਉਹਨਾਂ ਨੇ ਸੁਖਮਨੀ ਸਾਹਿਬ ਦੀ ਮਹਿਮਾ ਛੋਟੀ ਜਿਹੀ ਪੁਸਤਕ ਛਾਪੀ ਆ। ਉਹਦੇ 'ਚ ਉਹਨਾਂ ਨੇ ਕੋਈ ਆਪਣੀ ਇੱਕ ਘਟਨਾ ਛਾਪੀ ਲਿਖੀ ਹੋਈ, ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਗਿਆਨੀ ਈਸ਼ਰ ਸਿੰਘ ਜੀ ਰਾਮਗੜੀਆ ਬੜੇ ਅਧਿਆਤਮੀ ਪੁਰਸ਼ ਸਨ ਰੋਪੜ ਦੇ, ਤੇ ਆਪਣੇ ਦਸਮ ਬਾਣੀ ਦਾ ਸਟੀਕ ਜਦੋਂ ਕਰਿਆ, ਉਹਦੇ 'ਚ ਉਹਨਾਂ ਦੀ ਬੜੀ ਭਾਰੀ ਯੋਗਦਾਨ ਲਿਖਤ ਮਹਾਂਪੁਰਸ਼ਾਂ ਨਾਲ ਉਹਨਾਂ ਨੇ ਸਟੀਕ ਕਰਵਾਇਆ। ਤਾਂ ਉਹਨਾਂ ਨੇ ਲਿਖਿਆ ਹੈ ਵੀ ਇੱਕ ਵਾਰੀ ਕਹਿੰਦੇ ਮੇਰੀ ਪੋਤਰੀ ਗ੍ਰਸਤੀ ਸੰਗ ਸੀ, ਘਰ ਬਾਰੀ ਸਨ, ਤੇ ਬੜੀ ਲੰਬੀ ਅਰੀ ਉਮਰ ਸੀ ਉਹਨਾਂ ਦੀ। ਹੁਣ ਤੱਕ ਪਰਿਵਾਰ ਨਾਲ ਸਾਡਾ ਸੰਬੰਧ ਆਉਣ ਜਾਣ ਬਣਿਆ ਹੋਇਆ। ਉਹਨਾਂ ਨੇ ਗਿਆਨੀ ਜੀ ਨੇ ਲਿਖਿਆ ਕਿ ਮੇਰੀ ਪੋਤੀ ਇੱਕ ਦਿਨ ਬਿਮਾਰ ਹੋ ਗਈ, ਤੇ ਸਾਰੇ ਅਸੀਂ ਇਤਨੀ ਬਿਮਾਰ ਹੋਈ, ਸਾਰਿਆਂ ਨੇ ਇਹ ਕਿਹਾ ਵੀ ਚਲੋ ਵਿਚਾਰੀ ਨੇ ਚੜ੍ਹਾਈ ਕਰ ਜਾਣੀ ਆ ਸੁਬਾਹ ਵੇਲੇ, ਇਹਦੇ ਨਿਮਿਤ ਜਾਪ ਤਾਂ ਕਰੋ ਨਾ। ਪਰਿਵਾਰ ਦੇ ਮੈਂਬਰ ਸਾਰੇ ਇਕੱਤਰ ਹੋਏ, ਇਹ ਸਮਝ ਕੇ ਵੀ ਚੱਲ ਇਹਨੇ ਚੜ੍ਹਾਈ ਤਾਂ ਕਰ ਹੀ ਜਾਣੀ ਆ, ਬਾਣੀ ਸਹਾਇਤਾ ਕਰੇਗੀ। ਬਾਣੀ ਦੇ ਜਾਪ ਸ਼ੁਰੂ ਕਰ ਦਿੱਤੇ। ਕੋਈ 10 ਵਜੇ ਸਮਾਂ ਸੀ ਰਾਤ ਨੂੰ, ਕਹਿੰਦੇ ਆਪਾਂ ਕੋਲੇ ਬੈਠੇ ਬਾਣੀ ਪੜ੍ਹੇ ਜਾਂਦੇ ਆ, ਚਲੋ ਇਹਦੀ ਸਹਾਇਤਾ ਹੋਏਗੀ, ਪ੍ਰਾਣ ਇਹਦੇ ਨਿਕਲ ਜਾਣੇ। ਜਦੋਂ 3 ਪਾਠ ਸੁਖਮਨੀ ਸਾਹਿਬ ਦੇ ਹੋਏ ਨਾ ਸਾਧ ਸੰਗਤ ਜੀ, ਤੇ ਉਸ ਲੜਕੀ ਨੇ, ਬੇਟੀ ਨੇ ਅੱਖਾਂ ਉਘਾੜ ਲਈਆਂ। ਕੁਛ ਮੰਗਿਆ ਛਕਣ ਵਾਸਤੇ, ਮੈਨੂੰ ਕੁਛ ਜਲ ਦਿਓ। ਜਲ ਵੀ ਛਕਾਇਆ। ਇਹ ਸੁਖਮਨੀ ਸਾਹਿਬ ਦੀ ਕਰਾਮਾਤ ਹੈ। ਫਿਰ ਉਦੋਂ ਬਾਅਦ ਥੋੜਾ ਕੋਈ ਫਰੂਟ ਮੰਗਿਆ, ਉਹਨੇ ਫਰੂਟ ਛਕਾਇਆ ਬੇਟੀ ਨੂੰ। ਇਹ ਸੁਖਮਨੀ ਸਾਹਿਬ ਦੀ ਕਥਾ ਗਿਆਨੀ ਜੀ ਨੇ ਲਿਖੀ ਕਿ ਮੇਰੀ ਪੋਤਰੀ ਹੁਣ ਤਿਆਰ ਪ੍ਰਤਿਆਰ ਹੈ। ਤੇ ਸਾਧ ਸੰਗਤ ਜੀ ਉਸ ਬੇਟੀ ਦੇ ਵਿਆਹ ਤੇ 2009 'ਚ ਮੈਂ ਖੁਦ ਗਿਆ, ਲੁਧਿਆਣੇ ਲੜਕੀ ਵਿਆਹੀ ਰੋਪੜ ਤੋਂ। ਸੁਖਮਨੀ ਸਾਹਿਬ ਦੀਆਂ ਐਸੀਆਂ ਮਹਾਨ ਕਰਾਮਾਤਾਂ, ਤੇ ਆਪ ਤਾਂ ਸਤਿਗੁਰਾਂ ਨੇ ਕਿਰਪਾਲਤਾ ਕੀਤੀ ਹੈ ਵੀ ਇੱਥੇ ਸੁਖਮਨੀ ਸਾਹਿਬ ਦੇ ਜਾਪ ਚੱਲੇ। ਮਾਘ ਮਹੀਨੇ ਨੂੰ ਮੁੱਖ ਰੱਖਦੇ ਹਾਂ। ਮਾਘ ਦੇ ਮਹੀਨੇ ਦੀ ਸਾਡੇ ਇਸ
ਭਾਰਤ ਵਰਸ਼ ਵਿੱਚ ਬੜੀ ਪਰੰਪਰਾ ਹੈ। ਮਾਘ ਦੇ ਮਹੀਨੇ ਜਿਹੜੇ ਅਧਿਆਤਮੀ ਪੁਰਸ਼ ਜਾਂ ਆਮ ਲੋਕਾਂ ਹੀ ਗੁਰਮਤ ਤੋਂ ਪਹਿਲੇ ਦੀਆਂ ਗੱਲਾਂ, ਗੁਰਮਤ ਤੋਂ ਪਹਿਲੇ ਦੇ ਜੋ ਪ੍ਰਚਾਰ ਪ੍ਰਸਾਰ ਸਾਡੇ ਹਿੰਦੁਸਤਾਨ ਦਾ ਧਰਮੀ ਜੋ ਲੋਕ ਜਿਹੜੇ ਸਨ, ਮਾਘ ਦੇ ਮਹੀਨੇ ਦਾ ਇਸ਼ਨਾਨ ਬਹੁਤ ਹੀ ਪਵਿੱਤਰ ਸਮਝਦੇ ਸਨ। ਉਸ ਸਮੇਂ ਪ੍ਰਾਗਰਾਜ ਆਦਿਕ ਤੀਰਥਾਂ ਤੇ ਜਾਣਾ ਇਹ ਲੋਕਾਂ ਦੀ ਮਰਿਆਦਾ ਸੀ। ਸਾਨੂੰ ਪੁੰਨ ਲੱਗੇਗਾ। ਤ੍ਰਿਵੇਣੀ ਗੰਗਾ ਜਮਨਾ ਸਰਸਤੀ ਜਿੱਥੇ ਸੰਗਮ ਹੁੰਦਾ ਹੈ ਉਹਨੂੰ ਤ੍ਰਿਵੇਣੀ ਕਹਿੰਦੇ ਨੇ। ਤ੍ਰਿਵੇਣੀ ਦੇ ਇਸ਼ਨਾਨ ਕਰਨੇ ਅੱਜ ਕੱਲ੍ਹ ਵੀ ਸਾਧੂ ਜਨ ਜਾਂਦੇ ਨੇ, ਦੂਜੇ ਭੇਖ ਵਾਲੇ। ਇਹਦੇ ਬਾਰੇ ਗੁਰਮਤਿ ਦਾ ਵੀ ਸੱਚੇ ਪਾਤਸ਼ਾਹ ਨੇ ਸਾਡੀ ਪਰੰਪਰਾ ਦਾ ਸੀ, ਹਿੰਦੁਸਤਾਨ ਦੀ ਪਰੰਪਰਾ ਸੀ ਧਰਮੀ ਲੋਕਾਂ ਦੀ। ਮਾਘ ਦੇ ਮਹੀਨੇ ਜਪ ਤਪ ਕਰਨਾ ਇੱਕ ਵਿਸ਼ੇਸ਼ ਮਹੀਨਾ ਮੰਨਿਆ ਗਿਆ ਮਾਘ ਦਾ ਮਹੀਨਾ। ਤੇ ਤੁਹਾਡੇ ਸਮਾਗਮ ਵੀ ਜਿਹੜੇ ਇਹ ਵਿਸ਼ੇਸ਼ ਕਰਕੇ ਮਾਘ ਦੇ ਮਹੀਨੇ ਨੂੰ ਸਮਰਪਿਤ ਨੇ। ਤੇ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾਲਤਾ ਕੀਤੀ ਆ। ਜਿੱਥੇ ਮਹਾਨ ਅੰਮ੍ਰਿਤ ਬਾਣੀ ਮਾਝ ਰਾਗ ਵਿੱਚ 12 ਮਹਾਂ ਦੀ ਅੰਮ੍ਰਿਤ ਬਾਣੀ ਹੈ। ਇੱਕ 12 ਮਹਾਂ ਹੋਰ ਵੀ ਰਾਗ ਤੁਖਾਰੀ ਵਿੱਚ ਰਹੋ ਵਿਚਾਰ। ਉਹਦੇ ਪਾਤਸ਼ਾਹ ਮਹਾਰਾਜ ਨੇ ਮਾਘ ਦੇ ਮਹੀਨੇ ਦੀ ਮਹਾਨਤਾ ਬਖਸ਼ਿਸ਼ ਕਰਦਿਆਂ ਹੋਇਆਂ ਸਾਨੂੰ ਫਰਮਾਨ ਕੀਤਾ ਹੈ ਜਗਤ ਨੂੰ ਤਾਰਨ ਲਈ। ਮਾਘ ਮੱਜਨ ਸੰਗ ਸਾਧੂਆਂ ਧੂਰੀ ਕਰੇ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ। ਹੇ ਪ੍ਰਭੂ ਦੇ ਪਿਆਰਿਆ, ਪਰਮੇਸ਼ਰ ਦੇ ਪਿਆਰਿਆ, ਪ੍ਰਾਣੀ ਨੂੰ ਮਾਰਾ ਉਪਦੇਸ਼ ਦਿੰਦੇ ਨੇ। ਸਭ ਲਈ ਸਾਂਝਾ ਉਪਦੇਸ਼, ਕੱਲ ਸਿੱਖਾਂ ਨਾਲ ਲਈ ਨਹੀਂ ਹੈ, ਸਭ ਲਈ ਸਾਂਝਾ ਹੈ। ਇਹ ਵੀ ਮਤਾਂ ਅਸੀਂ ਕਰਗੇ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਹੀ ਹੈ, ਨਹੀਂ, ਸਭ ਦਾ ਸਾਂਝਾ ਗੁਰੂ ਗ੍ਰੰਥ ਸਾਹਿਬ। ਕੋਈ ਮੱਥਾ ਟੇਕੇ, ਕੋਈ ਬਾਣੀ ਪੜ੍ਹੇ, ਸਭ ਦੀ ਆਸ਼ਾ ਤ੍ਰਿਸ਼ਨਾ ਪੂਰਨ ਕਰਨੇ ਵਾਲਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਜੋ ਕੰਠ ਆਵੇ ਜੋ ਸਰ ਨਾ ਆਵੇ ਤਿਸ ਕੰਠ ਲਾਵੇ, ਐਸਾ ਪ੍ਰਭੂ ਹੈ। ਤੋ ਉਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਆ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹ ਭਾਈ ਮਾਘ ਦੇ ਮਹੀਨੇ ਵਿੱਚ ਤੂੰ ਕੀ ਕਰਨਾ ਹੈ? ਜਿੱਥੇ ਸਾਡੀ ਪਰੰਪਰਾ ਸੀ, ਸਾਡੇ ਦੇਸ਼ ਦੀ ਇਹ ਰੀਤੀ ਸੀ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਤੇ ਗੁਰੂ ਪਾਤਸ਼ਾਹ ਨੇ ਉਸ ਨੂੰ ਨੇੜੇ ਕਰ ਦਿੱਤਾ। ਹਰੇਕ ਪ੍ਰਾਣੀ ਲਈ ਇੱਕ ਸੁਖੱਲਾ ਉਪਦੇਸ਼ ਦਿੱਤਾ ਹੋਇਆ ਮਹਾਰਾਜ ਜੀ ਨੇ, ਸੁਖਾਇਨ ਉਪਦੇਸ਼। ਪ੍ਰਾਗ ਰਾਗ ਜਾਣਾ ਹਰੇਕ ਲਈ ਸੰਭਵ ਨਹੀਂ ਹੈ। ਐਸਾ ਕਰਤਾ ਵੀ ਹਰੇਕ ਤੁਸੀਂ ਭਾਈ ਘਰੇ ਬੈਠੇ ਹੀ ਇਸ਼ਨਾਨ ਜਿਹੜੇ ਤੁਹਾਨੂੰ ਹੋ ਜਾਣ। ਇਸ਼ਨਾਨ ਵੀ ਦੋ ਪ੍ਰਕਾਰ ਦੇ ਨੇ, ਅੰਦਰੂਨੀ ਆ ਤੇ ਬਹਿਰੂਨੀ ਆ। ਇਹ ਸਾਡੇ ਇਸ਼ਨਾਨ ਕਰਨ ਵਾਲੇ ਵੀ ਦੋ ਸਰੀਰ ਨੇ। ਇਹ ਤਨ ਜਿਹੜਾ ਤੇ ਇੱਕ ਅੰਦਰੂਨੀ ਆ, ਸੂਖਮ ਸਰੂਪ, ਸਥੂਲ ਸਰੂਪ ਹੈ, ਸਰੀਰ ਹੈ। ਤੇ ਜਿਹੜਾ ਮਨ ਆ ਉਹ ਸੂਖਮ ਸਰੀਰ ਹੈ। ਉਹਦਾ ਇਸ਼ਨਾਨ ਕਿਵੇਂ ਕਰਾਉਣਾ? ਸਰੀਰ ਦਾ ਤਾਂ ਕਰ ਲਿਆ ਸੀ, ਪਾਣੀ ਨਾਲ ਜਲ ਨਾਲ ਇਸ਼ਨਾਨ ਕਰ ਲਿਆ, ਪਵਿੱਤਰ ਹੋ ਗਿਆ। ਜਿਹੜਾ ਸੂਖਮ ਸਰੀਰ ਹੈ ਉਹਦਾ ਇਸ਼ਨਾਨ ਕਿਵੇਂ ਕਰਨਾ? ਉਹ ਸੂਖਮ ਚੀਜ਼ ਹੀ ਹੋਵੇਗੀ, ਵਸਤੂ ਹੋਏਗੀ। ਉਹਦਾ ਜਲ ਵੀ ਸੂਖਮ ਹੀ ਹੋਵੇਗਾ ਨਾ। ਉਹਦੇ ਬਾਰੇ ਮਹਾਰਾਜ ਦਾ ਫਰਮਾਨ ਹੈ, ਮਾਘ ਮੱਜਨ ਸੰਗ ਸਾਧੂਆਂ। ਜਿਹੜਾ ਅੰਦਰੂਨੀ ਸੂਖਮ ਸਰੂਪ ਹੈ ਨਾ, ਉਹਦਾ ਇਸ਼ਨਾਨ ਤੂੰ ਕਰਾਉਣਾ ਹੈ। ਉਹ ਸਾਧੂਆਂ ਦੀ ਧੂੜੀ ਲੈ, ਧੂਰੀ ਕਰ ਇਸ਼ਨਾਨ। ਉਹ ਸਾਧੂਆਂ ਦੀ ਧੂੜੀ ਚ
ਸਾਧੂ ਦਾ ਭਾਵ ਵੀ ਸਾਧ ਸੰਗ ਜੀ, ਅੱਜ ਕੱਲ੍ਹ ਸਾਧ ਸ਼ਬਦ ਬੜਾ ਹੀ ਭੈੜਾ ਜਿਹਾ ਲੋਕ ਸਮਝਣ ਲੱਗ ਗਏ ਨੇ। ਸਾਧ ਦਾ ਭਾਵ ਹੁੰਦਾ, ਸਾਧੂ ਦਾ ਭਾਵ ਜਿਹਨੇ ਬਹੁਤ ਵੱਡੀ ਸਾਧਨਾ ਕਰਕੇ ਆਪਣੇ ਆਪ ਨੂੰ ਸਾਧ ਲਿਆ ਹੋਵੇ, ਉਹਨੂੰ ਕਹਿੰਦੇ ਨੇ ਸਾਧ, ਉਹਨੂੰ ਕਹਿੰਦੇ ਨੇ ਸਾਧੂ। ਜਾਂ ਜਿਹੜਾ ਸਾਧਨਾ ਕਰਨ ਵਿੱਚ ਲੱਗੇ ਹੋਏ ਹਨ ਉਹ ਹੁੰਦੇ ਨੇ ਸਾਧੂ, ਸਾਧੂ ਹੁੰਦੇ ਨੇ। ਪਰ ਇਸ ਭੇਖ ਵਿੱਚ ਕਈ ਕੁਕਰਮੀ ਲੋਕ ਆ ਗਏ ਨੇ, ਜਿਸ ਕਰਕੇ ਉਸ ਪਵਿੱਤਰ ਸ਼ਬਦ ਨੂੰ ਵੀ ਜਿਹੜਾ ਕੁਛ ਅਸੀਂ ਫੁਰੂ ਸਮਝਣ ਲੱਗ ਗਏ। ਬਹੁਤ ਸਾਰੀਆਂ ਐਸੀਆਂ ਵਿਚਾਰਾਂ ਨੇ। ਉਹ ਜਿਹੜੇ ਨਾਮ ਵਿੱਚ ਰਤੇ ਸਾਧਨਾ ਕਰ ਕਰਕੇ, ਸਾਧਨਾ ਕਰ ਕਰਕੇ ਆਪਣੇ ਆਪ ਨੂੰ ਜਿਨ੍ਹਾਂ ਨੇ ਸਾਧ ਲਿਆ ਹੈ, ਉਸੇ ਪੁਰਸ਼ਾਂ ਦਾ ਪਾਤਸ਼ਾਹ ਜੀ ਫਰਮਾਨ ਕਰਦੇ ਹਨ। ਮਾਘ ਦੇ ਮਹੀਨੇ ਦੀ ਮਹਾਨਤਾ ਦੱਸਦੇ ਨੇ ਵੀ ਐਸੇ ਸਾਧੂ ਜਿਨ੍ਹਾਂ ਨੇ ਸਾਧਨਾ ਕਰਕੇ ਆਪਣੇ ਆਪ ਨੂੰ ਸਾਧ ਲਿਆ ਹੈ, ਪਰਮੇਸ਼ਰ ਨਾਲ ਜੁੜੇ ਹਨ, ਗੁਰਮੁਖ ਜੋਗੀ ਜਾਗਦੇ। ਹੁਣ ਜੋਗੀ ਦਾ ਭਾਵ ਸਪੇਰਾ ਨਹੀਂ ਹੁੰਦਾ, ਜੋਗੀ ਦਾ ਭਾਵ ਵੀ ਜੋ ਪਰਮੇਸ਼ਰ ਨਾਲ ਜੁੜਿਆ ਹੋਇਆ। ਤੂੰ ਜਿਨ੍ਹਾਂ ਨੇ ਸਾਧਨਾ ਕਰ ਕਰਕੇ ਆਪਣੇ ਆਪ ਨੂੰ ਸਾਧ ਲਿਆ, ਐਸੇ ਸਾਧੂਆਂ ਦੀ ਧੂੜ ਬਣ ਜਾ ਤੂੰ। ਇਹ ਸਾਧੂਆਂ ਦੀ ਧੂੜੀ ਜੇ ਤੈਨੂੰ ਮਿਲ ਜਾਵੇ ਤਾਂ ਤੇਰਾ ਮਾਘ ਦਾ ਮਹੀਨਾ ਪਵਿੱਤਰ ਹੋਣਾ। ਮਾਘ ਮੱਜਨ, ਮੱਜਨ ਦਾ ਇਸ਼ਨਾਨ ਦਾ। ਮਾਘ ਦੇ ਮਹੀਨੇ ਤੂੰ ਐਸਾ ਮੱਜਨ ਕਰ, ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰ ਲੈ, ਫਿਰ ਤੇਰਾ ਮਾਘ ਦਾ ਮਹੀਨਾ ਸਫਲ ਹੋਣਾ। ਭਾਵ ਉਹਨਾਂ ਕੋਲੇ ਬੈਠ ਨਾਮ ਬਾਣੀ ਸਿਮਰਨ ਨਾਲ ਜੁੜ ਜਾ। ਉਹਨਾਂ ਬਾਰੇ ਤਾਂ ਐਸਾ ਕਿਹਾ ਹੈ, ਜੋ ਸਾਧੂ ਨੇ ਆਪਣੇ ਆਪ ਨੂੰ ਸਾਧ ਲਿਆ, ਉਹ ਦੇਖਤੇ ਹੀ ਉਹਨੂੰ ਦੇਖਦਾ ਦੇਖਾਂ ਪਵਿੱਤਰ ਹੋ ਜਾਈਦਾ। ਭੇਡ ਤੇ ਜਪੀਏ ਨਾਮ, ਜੇ ਕੋਲੇ ਬੈਠ ਗਏ ਤਾਂ ਨਾਮ ਜਪਣ ਲੱਗ ਜਾਂਦਾ। ਤੇ ਸਾਧ ਜੋ ਪਵਿੱਤਰ ਆਤਮਾ ਹੈ, ਸਾਧੂ ਜਨ ਨੇ, ਉਹਨਾਂ ਦੂਰੋਂ ਦਰਸ਼ਨ ਕਰ ਲਗੇ ਨਾ, ਪੇਖਤ ਹੀ ਪੁਨੀਤ ਹੋਏ। ਦਰਸ਼ਨ ਕਰਦਿਆਂ ਕਰਦਿਆਂ ਹੀ ਪਵਿੱਤਰ ਹੋ ਜਾਂਦਾ। ਪ੍ਰਾਣੀ ਮਾਤਰ ਨਾਮ ਚ ਪ੍ਰਣ ਵਾਲੇ ਸਾਧੂ ਦੇ ਦਰਸ਼ਨ ਕਰਕੇ ਹੀ ਪੁਨੀਤ ਹੋਏ। ਕਬੀਰ ਸਾਹਿਬ ਜੀ ਕਹਿੰਦੇ ਨੇ ਪੇਖਤ ਹੀ ਪੁਨੀਤ ਹੋਏ। ਤੇ ਜੇ ਕੋਲੇ ਬਹਿ ਕੇ ਫਿਰ ਕੀ ਹੋਇਆ, ਭੇਡ ਤੇ ਜਪੀਏ ਨਾਮ। ਜੇ ਸੰਗਤ ਕਰ ਲਈ ਤਾਂ ਨਾਮ ਆਪੇ ਆਪਣੇ ਚੱਲ ਜਾਵੇਗਾ। ਇੱਕ ਹੋਰ ਐਸੇ ਸਾਧੂਆਂ ਬਾਰੇ ਪੁਰਸ਼, ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਬਚਨ ਕਰਦੇ ਸਨ। ਕਮਾਈ ਵਾਲੇ ਪੁਰਸ਼ ਦੀ ਗੱਲ ਕਰਦੇ ਸਨ। ਮੈਂ ਕੋਲੇ ਹੀ ਸਾਂ ਤੇ ਕੋਈ ਪੁਰਾਣੀ ਮਹਾਂਪੁਰਸ਼ਾਂ ਕੋਲ ਕਹਿਣ ਲੱਗਾ, ਕਹਿੰਦਾ ਮਹਾਰਾਜ ਮਾਨ ਜੋ ਮਨ ਨਹੀਂ ਟਿਕਦਾ, ਇਹਦੇ ਬਾਰੇ ਕੋਈ ਜੁਗਤੀ, ਕੋਈ ਫਰਮਾਨ ਦੱਸੋ। ਮਹਾਂਪੁਰਸ਼ ਕਹਿੰਦੇ ਬਾਣੀ ਪੜ੍ਹਨ ਲੱਗ ਜਾ ਕਰੋ। ਇਹ ਕੰਮ ਦੀਆਂ ਗੱਲਾਂ ਨੇ, ਨੋਟ ਕਰਿਓ। ਮਹਾਂਪੁਰਸ਼ ਕਹਿੰਦੇ ਜੇ ਮਨ ਦੀ ਇਕਾਗਰਤਾ ਨਹੀਂ ਬਣਦੀ ਨਾ, ਗੁਰਬਾਣੀ ਪੜ੍ਹਨ ਲੱਗ ਜਾਓ। ਜੇ ਫੇਰ ਵੀ ਨਾ ਇਕਾਗਰਤਾ ਬਣੇ, ਫਿਰ ਮਹਾਂਪੁਰਸ਼ ਕਹਿੰਦੇ ਫਿਰ ਮੂਲ ਮੰਤਰ ਦਾ ਜਾਪ ਕਰਨ ਲੱਗ ਜਾਓ, ਮਨ ਟਿਕਾਓ ਚ ਆ ਜਾਵੇਗਾ। ਸੰਤ ਮਹਾਂਪੁਰਸ਼ ਕਹਿਣ ਲੱਗੇ ਜੇ ਕਹਿੰਦੇ ਫੇਰ ਵੀ ਇਕਾਗਰ ਵਿੱਚ ਨਾ ਆਵੇ ਨਾ, ਫਿਰ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਓ। ਵਾਹਿਗੁਰੂ ਦਾ ਸਿਮਰਨ ਕਰੋ, ਮਨ ਇਕਾਗਰਤਾ ਚ ਆ ਜਾਵੇਗਾ। ਤੇ ਮਹਾਂਪੁਰਸ਼ ਦੱਸ ਰਹੇ ਸਨ ਜੇ ਫੇਰ ਵੀ ਇਕਾਗਰਤਾ ਨਾ ਬਣੇ ਨਾ, ਕਿਸੇ ਸਾਧੂ ਕੋਲੇ, ਗੁਰਮੁਖ ਕੋਲੇ ਬੈਠ ਜਾਓ, ਮਨ ਇਕਾਗਰਤਾ ਵਿੱਚ ਆ ਜਾਵੇਗਾ। ਕਿਉਂਕਿ ਸਾਧੂ ਜਨਾਂ ਕੋਲੇ ਆਪਣੇ ਜਪ ਤਪ ਦੀ ਪਾਵਰ ਹੁੰਦੀ ਹੈ, ਵਾਈਬ੍ਰੇਸ਼ਨ ਹੀ ਐਸੀ ਹੁੰਦੀ ਆ, ਉਹ ਮਨ ਦੀ ਇਕਾਗਰਤਾ ਉਹਨਾਂ ਕੋਲੇ ਬੈਠਣ ਨਾਲ ਹੀ ਹੋ ਜਾਂਦੀ ਹੈ। ਮਨ ਦੇ ਸੰਕਲਪ ਜਿਹੜੇ ਸਾਧੂ ਜਨ ਖਿੱਚ ਲੈਂਦੇ, ਪਰ ਹੋਵੇ ਸਾਧੂ ਜਨ। ਐਸੇ ਸਾਧੂਆਂ ਬਾਰੇ ਕਿਹਾ ਵੀ ਇਹੋ ਜਿਹੇ ਸਾਧੂ ਹੋਣ, ਤੂੰ ਉਹ ਜਾਂ ਦੀ ਧੂੜੀ ਬਣ ਜਾ। ਮਾਘ ਮਜਨ ਸੰਗ ਸਾਧੂਆਂ, ਉਸ ਧੂੜੀ ਦੇ ਵਿੱਚ ਇਸ਼ਨਾਨ ਕਰ, ਉਹਨਾਂ ਦੀ ਖਾਕ ਲੈ ਕੇ ਆਪਣੇ ਮਸਤਕ ਨੂੰ ਲਾ।
ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਹੜੇ ਤੀਰਥਾਂ ਤੇ ਜਾਣਾ, ਫਿਰ ਇਹ ਵੀ ਕਿਹਾ ਵੀ ਤੀਰਥ ਵੱਡਾ ਕੇ ਹਰਿ ਦਾਸ, ਹਰੀ ਕਾ ਦਾਸ ਤੀਰਥ ਨਾਲੋਂ ਵੀ ਵੱਡਾ। ਤੀਰਥ ਜਿਹੜੇ ਹੋਂਦ ਵਿੱਚ ਆ ਨੇ, ਇਹ ਵੀ ਕਿਸੇ ਸਾਧੂ ਜਨ ਨੇ, ਕਿਤੋਂ ਕੋਈ ਸਾਧੂ ਜਨ ਬਹਿ ਕੇ ਤਪੱਸਿਆ ਕਰੀ ਹੈ। ਅਗਰ ਪੁਰਾਤਨ ਗ੍ਰੰਥ ਪੜ੍ਹੀਏ, ਸਨਾਤਨੀ ਧਰਮ ਦੇ ਭਲਾ ਪੜ੍ਹ ਲਓ, ਤੇ ਤੀਰਥ ਕਿਤੋਂ ਉਪਜੇ ਨੇ? ਇਹ ਸਾਧੂ ਜਨਾਂ ਦੇ ਚਰਨਾਂ ਚੋਂ ਨਿਕਲੇ ਨੇ। ਕਿਤੇ ਸਾਧੂ ਜਨ ਦਾ ਕਿਸੇ ਦਾ ਸੰਸਕਾਰ ਹੋਇਆ ਹੋਵੇਗਾ, ਤੀਰਥ ਵੀ ਉੱਥੇ ਹੀ ਬਣੇ ਨੇ ਨਾ ਸਾਰੇ। ਤੇ ਗੁਰੂ ਪਾਤਸ਼ਾਹ ਨੇ ਤਾਂ ਹੀ ਇਹ ਸਾਨੂੰ ਫਰਮਾਨ ਹੀ ਐਸਾ ਕਰਤਾ ਵੀ ਮਾਘ ਦੇ ਮਹੀਨੇ ਦੇ ਵਿੱਚ ਤੋਂ ਤੀਰਥਾਂ ਤੇ ਜਾਣਾ ਬੜਾ ਮੁਸ਼ਕਲ ਹੋ ਗਿਆ, ਕਿ ਸਾਧੂ ਜਨ ਦੀ ਸੰਗਤ ਕਰ ਲੈ ਕਿਸੇ ਦੀ, ਉਹਨਾਂ ਦੀ ਧੂੜੀ ਇਸ਼ਨਾਨ ਕਰ ਲਾ, ਉਹਨਾਂ ਦੀ ਖਾਕ ਬਣ ਜਾ, ਨਿਮਰਤਾ ਵਿੱਚ ਆ ਜਾ। ਨਿਮਰਤਾ ਵਿੱਚ ਆਵੇਗਾ ਫੇਰ ਹੀ ਗੁਣ ਆਵੇਗਾ ਨਾ, ਇਹ ਜ਼ਰੂਰੀ ਨਿਮਰਤਾ ਆਏਗਾ ਫੇਰ ਹੀ ਸੰਗਤ ਚ ਆਏਗੀ, ਨਿਮਰਤਾ ਆਏਗੀ ਫੇਰ ਹੀ ਜਿਹੜਾ ਪ੍ਰਾਣੀ ਆ ਇਕਾਗਰਤਾ ਵੀ ਤਾਂ ਹੀ ਬਣੇਗੀ। ਨਿਮਰਤਾ ਆਏਗੀ ਤੇ ਫੇਰ ਹੀ ਕਿਸੇ ਸਾਧੂ ਜਨ ਨੂੰ ਜਿਹੜਾ ਉਹ ਸਾਡਾ ਸੀਸ ਝੁਕੇਗਾ ਨਾ, ਤਾਂ ਹੀ। ਸਾਧੂਆਂ ਬਾਰੇ ਪਾਤਸ਼ਾਹ ਮਹਾਰਾਜ ਕਹਿੰਦੇ, ਆਪਾਂ ਨਿਤ ਸ਼ਾਮ ਦੀ ਬਾਣੀ, ਸਾਡੀ ਰਾਤ ਦੀ ਸੌਣ ਵੇਲੇ ਦੀ ਬਾਣੀ ਕੀਰਤਨ 16 ਹੈ, ਉਹਦੇ ਵਿੱਚ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਸਾਧੂ ਮਿਲ ਜੇ ਨਾ, ਜਿਨ੍ਹਾਂ ਬਾਰੇ ਕਹਾ ਮਹਾਰਾਜ ਨੇ, ਮਾਘ ਮੱਜਣ ਸਾਧੂਆਂ ਦੀ ਗੱਲ ਚੱਲ ਰਹੀ ਹੈ, ਮੱਜਣ ਦੀ ਗੱਲ ਚੱਲ ਰਹੀ ਆ, ਮਾਘ ਦੇ ਮਹੀਨੇ ਦੀ ਗੱਲ ਚੱਲ ਰਹੀ ਹੈ। ਮਾਘ ਮੱਜਣ ਸੰਗ ਸਾਧੂਆਂ, ਮਾਰੇ ਕਹਿੰਦੇ ਕੋਈ ਐਸਾ ਸਾਧੂ ਮਿਲ ਜਾਵੇ, ਦੂਰੋਂ ਆਉਂਦਾ, ਉਹਦਾ ਸਤਿਕਾਰ ਕਰ ਦਿਓ। ਕਹਿੰਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਅੰਜਲੀ ਕਰਨੀ ਆ, ਦੋਵੇਂ ਹੱਥ ਜੋੜ ਕੇ ਸਤਿਕਾਰ ਕਰ ਦੇਣਾ, ਇਹਨੂੰ ਅੰਜਲੀ ਕਹਿੰਦੇ ਨੇ। ਹੱਥ ਜੋੜ ਦਿਓ, ਇਹਨੂੰ ਅੰਜਲੀ ਕਹਿੰਦੇ ਨੇ। ਜਦੋਂ ਪੁੰਨ ਬਣਾਉਣੇ ਨੇ ਨਾ, ਇਹ ਮਾਘ ਮਹੀਨੇ ਦੀ ਵਿਚਾਰ ਆ, ਪਹਿਲੀ ਪੰਗਤੀ ਦੀ ਗੱਲ ਹੈ। ਮਾਘ ਮੱਜਣ ਸੰਗ ਸਾਧੂਆਂ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਤੇ ਮਾਰੇ ਕਹਿੰਦੇ ਜਦੋਂ ਹੋਰ ਪੁੰਨ ਹੋਰ ਵਧਾਉਣੇ ਆ, ਪੁੰਨਾਂ ਵਿੱਚ ਹੋਰ ਵਾਧਾ ਕਰਨਾ, ਤੇ ਫਿਰ ਕੀ ਕਰ, ਪਹਿਲਾਂ ਦੂਰੋਂ ਦੇ ਸਤਿਕਾਰ ਕਰਦੇ, ਅੰਜਲੀ ਕਰਦੇ, ਹੱਥ ਜੋੜਦੇ, ਫਿਰ ਜਰਾ ਕਿ ਨੇੜੇ ਹੋ ਗਿਆ ਨਾ ਕਿ ਸਾਧੂ ਦੇ, ਕਰ ਡੰਡੌਤ ਬੰਦਨਾ ਕਰਦੇ। ਮਾਫੀ ਤੇ ਨਹੀਂ ਕਹੀ ਸੇ, ਐਸੇ ਵੀ ਹੋਣਗੇ ਪ੍ਰਚਾਰਕ ਸੁਣੀ, ਮੈਂ ਉਹਨਾਂ ਦਾ ਨਾਂ ਨਹੀਂ, ਕਿਸੇ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ, ਪਰ ਤੁਸੀਂ ਜਾਣਦੇ ਹੋ, ਉਹ ਬੜਾ ਕੀ ਸਨਾਤਨੀ ਅਵਤਾਰਾਂ ਦੇ ਖਿਲਾਫ ਬੋਲ ਜਾਂਦੇ ਨੇ। ਚਲੋ ਉਹਨਾਂ ਦੀ ਮੱਤ, ਕਈ ਸਾਧੂਆਂ ਦੇ ਖਿਲਾਫ ਬੋਲੀ ਜਾਂਦੇ ਨੇ, ਦੱਸੋ। ਨਹੀਂ, ਗੁਰਬਾਣੀ ਕੀ ਕਹਿੰਦੀ ਸਾਂ, ਨਿਤ ਪੜ੍ਹਦੇ ਅਸੀਂ ਕੀਰਤਨ 16 ਦਾ ਜਾਪ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਤੇ ਹੋਰ ਪੁੰਨ ਬਣਾਉਣੇ ਆ, ਕਰ ਡੰਡੌਤ ਕਰਦੇ, ਪੁੰਨ ਵੱਡਾ ਹੈ। ਇਹ ਅਖੀਰਲੀਆਂ ਪੰਕਤੀਆਂ ਕੀ ਨੇ, ਅੰਤਰਜਾਮੀ ਪੁਰਖ ਵਿਧਾਤੇ, ਪਰਮੇਸ਼ਰ ਜੀ ਨੂੰ ਇਹ ਬੇਨਤੀ ਕੀਤੀ, ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਹ ਕੋ ਕਰ ਸੰਤਨ ਕੀ ਧੂਰੇ। ਮਾਘ ਮੱਜਣ ਸੰਗ ਸਾਧੂਆਂ, ਇਹ ਮਾਘ ਦੇ ਮਹੀਨੇ ਦੀ ਸਾਡੀ ਪਰੰਪਰਾ, ਤੇ ਉਹਨੂੰ ਮਹਾਰਾਜ ਨੇ ਸੁਖੱਲਿਆਂ ਕਰ ਦਿੱਤਾ। ਇਸ ਬਾਰੇ ਬੜੀ ਵਿਚਾਰ ਹੈ, ਬੜੀ ਦੀਰਘ ਵਿਚਾਰ ਨਾਲ ਵਿਚਾਰਾਂ ਵੀ ਰੱਖਾਂਗੇ, ਕੱਲ ਨੂੰ ਵੀ ਰੱਖਾਂਗੇ, ਤੇ ਨਾਲ ਬਸੰਤ ਰੁੱਤ ਚੱਲ ਰਹੀ ਹੈ, ਇਹਦੇ ਬਾਰੇ ਵੀ ਬੇਨਤੀ ਕਰਾਂਗੇ। ਤੇ ਹੁਣ ਆਪਾਂ ਜਿਹੜੀ ਵਿਚਾਰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਹਾਨ ਅੰਮ੍ਰਿਤ ਬਾਣੀ ਚੌਪਈ ਸਾਹਿਬ ਹੈ। ਅੰਮ੍ਰਿਤ ਦਾ ਬਾਟਾ ਜਦੋਂ ਤਿਆਰ ਹੁੰਦਾ ਹੈ,
उस अमृत तैयार करन समय चौथे नंबर ते पढ़ी जाने वाली बाणी श्री चौपाई साहब, जो सिख दा नितनेम है। उस नितनेम विच सुबह पंज बाणियां दा नितनेम जदों करना, नितनेम दे पढ़ी जाने वाली चौथे नंबर ते बाणी है श्री चौपाई साहब। जदों कते भी ऐसा संकट बनता है उदों विशेष तौर पर संगतां नूं साडे अकाल तख्त साहिब वालों भी हुक्म आउंदा, भाई चौपाई साहिब दे पाठ करो। कई बारी पंथ ते ऐसा समा बनया ते चौपाई साहिब दे पाठ हुंदे ने, समा फिर टल जांदा है। ते साडे चलो परंपरा ऐसी बनी है, साडे बच्चे ने आ पाठ करदा नाल होर विद्यार्थी नाल आए ने। जिस दिन चौपाई साहिब दा महाराज ने उच्चारण किया, भाद्रव सुदी अष्टमी रब बारा, तीर सतद्रव ग्रंथ सुधारा, ये अर्थ करांगे। पर भादों दी अष्टमी वाले दिन इस पावन अमृत बाणी का उच्चारण होया सी सतलुज के किनारे। तो भादों की अष्टमी वाले दिन वो साडी परंपरा जी बनी हुई, सारिਆਂ ਨੂੰ बनानी चाहिए है। कई दिनों तो सिंह इकट्ठे होकर अपना जाप करते हैं, तो वो कई हज़ार पाठ कर लेंदे ने। उस समय होर बड़े सिंह करते हैं। वो अष्टमी वाले दिन फिर अरदास कर दी थी सारिਆਂ दी। आप भी ऐसा विचार रखा करो साम के। जो कोई दिन आना या सुखमनी साहब के पाठ करने या चौपाई साहब के पाठ करने, ये आम परंपरा साढ़े सिख पंथ फिर चली आ रही है, तो रक्षा भी होंदी है। मैनू थोड़ा समा कोई साल भर विलायत पास समय वो सिंह साढ़े ऐसे सन भी एक दिन में 100 पाठ चौपाई साहब का कर लेना। ऐसी महान अमृत बाणी है। सो ये जिहड़ा साध संग जी समागम सारा तुसीं माघ महीने नूं समर्पित ही समझ गए। एक पंक्ति बारे तो मैं बोलिया सी, ते एक होर नाल बेनती करदा, फिर आपां कथा शुरू करते हैं। माघ मजन संग साधुआं धूड़ी कर स्नाहा, धूरी कर इशनान, नाम जपना। संतां साधुआं कोले गुरमुखां कोले जाके महानता दसी। तो फिर अगली पंक्ति है भी हर का नाम ध्याए सुन। साधु संतां कोले पहुँचता गया तो करना उत्थे की है, रौला नहीं पाउणा जाके। हर का नाम परमेश्वर का नाम आप ध्याउणा ते सुनना जाके। साधुओं कोले पहुँचता गया तू, हे प्राणी, हे भाई, उसे जाके तू करना की है। पहला धूर बन जा, माघ मजन संग साधुआं धूरी कर स्नान। साधुआं कोले पहुँच गया, निमरता नाल बैठ गया। उन्हें धूड़ी खाक लाई मस्तक नूं, ते फिर होर भी उत्थे बह के हरि दा नाम जपना, सरवण करना। हर का नाम ध्याए सुन, सबना नो कर दान। ते दान उस चीज़ का हुंदा जिहड़ी अपने कोले काफ़ी जमा होवे। जे अपने पल्ले कुछ नहीं तो फिर दान आपां काहदा करांगे। वो नाम साधुआं कोलों मिलिया, गुरमुखां कोलों मिलिया, प्रेरणा करके नाम ध्याउणा, सुनना ते अगे नाम का ही दान करना। जे कोई गुरमुख प्याला आ गया, उन्होंने कहना भाई तू नाम जप। नाम ते अगले नूं गान प्राणी नूं ला देना। ये इन्नी दो पंक्तियां के विचार सी माघ के महीने बारे। सो हुण आओ सारी संगत महान पवित्र अमृत बाणी श्री चौपाई साहब। पहला बेनती कर दी है भी नितनेम की साड़ी बाणी आ, अमृत छकाउण समय पढ़ी जाने वाली बाणी आ। इहदा आद समय तो अज तक
ਵਿਸ਼ੇਸ਼ ਤੌਰ ਤੇ ਪਾਠ ਪਠਨ ਹੋ ਰਿਹਾ ਹੈ ਤੇ ਇੱਛਾਵਾਂ ਵੀ ਪੂਰਨ ਕਰਨ ਵਾਲੀ ਬਾਣੀ ਹੈ। ਐਸੀ ਮਹਾਨ ਅੰਮ੍ਰਿਤ ਬਾਣੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮੁਖਾਰਬਿੰਦ ਰਚਨਾ ਆਪਣੇ ਮੁਬਾਰਕ ਦਸਤਾਂ ਨਾਲ, ਮੁਬਾਰਕ ਕਾਨੀ ਨਾਲ ਲਿਖੀ ਹੋਈ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰੀਏ। ਜਿਤਨੀ ਵੀ ਸੰਗਤ ਸਤਿਗੁਰਾਂ ਦੇ ਹਜ਼ੂਰ ਹਾਜ਼ਰੀਆਂ ਭਰ ਰਹੇ ਹੋ, ਸਾਰੇ ਇੱਕ ਵਾਰ ਸਾਹਿਬ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਦਾ ਧਿਆਨ ਧਰ ਕੇ ਧੰਨ ਧੰਨ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਪ੍ਰਤੱਖ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸੀਸ ਝੁਕਾ ਕੇ ਹਾਜ਼ਰੀਆਂ ਲਵਾਈਏ, ਕਥਨ ਨਾਲ ਜੁੜੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਇੱਕ ਭਾਵ ਅਦਵੈਤ ਸਰੂਪ ਓੰਕਾਰ ਸਭ ਨੂੰ ਚੇਤਨ ਸਤਾ ਦੇ ਕੇ ਜੋ ਪ੍ਰਕਾਸ਼ ਕਰਨੇ ਵਾਲਾ ਹੈ। ਇੱਕ ਓੰਕਾਰ, ਇਹਦਾ ਉਚਾਰਨ ਵੀ ਇੱਕ ਓੰਕਾਰ ਕਰਨਾ। ਪਹਿਲੇ ਇੱਕ ਕਹਿ ਦਿਓ। ਕਈ ਅਸੀਂ ਮੁੱਢ ਤੋਂ ਹੀ ਭੁੱਲ ਜਾਂਦੇ ਹਾਂ, ਜਾਂ ਏਕ ਮਕਾਰ ਕਹਿੰਦੇ ਜਾਂ ਕਈ ਇੱਕ ਓੰਕਾਰ ਕਹਿਣਗੇ। ਨਹੀਂ, ਸ਼ੁੱਧ ਉਚਾਰਨ ਜਿਹੜਾ, ਜੇ ਬਾਣੀ ਸ਼ੁੱਧ ਪੜਾਂਗੇ ਤਾਂ ਹੀ ਸਾਨੂੰ ਪੁੰਨ ਮਿਲਣੇ। ਸਾਧ ਸੰਗਤ ਜੀ ਵੀ ਧਿਆਨ ਰੱਖਿਆ ਕਰੋ। ਸਾਡੇ ਕਈ ਵੀਰ ਐਸੇ ਆਉਂਦੇ ਨੇ, ਘਰਾਂ ਘਰਾਂ 'ਚ ਸੰਚੀਆਂ ਫੜਾਉਂਦੇ ਨੇ, ਪੜ੍ਹੀ ਚੱਲੋ ਨਾ। ਬਾਣੀ ਸ਼ੁੱਧ ਪੜ੍ਹਨ ਦਾ ਵੀ ਧਿਆਨ ਰੱਖੀਏ। ਬਾਣੀ ਦਾ ਸਤਿਕਾਰ, ਅਦਬ ਤੇ ਸ਼ੁੱਧਤਾ, ਇਹ ਵਧੇਰੇ ਧਿਆਨ ਦੇਣਾ ਪਵੇਗਾ। ਇੱਕ ਇੱਕ ਕਹਿ ਦਿਓ। ਪਹਿਲਾਂ ਏਕਾ ਲੱਗਾ ਨਾ, ਇੱਕੋ ਨਹੀਂ ਕਹਿਣਾ, ਇੱਕੋ ਮਕਾਰ ਨਹੀਂ ਕਹਿਣਾ, ਜਾਂ ਏਕ ਮਕਾਰ ਨਹੀਂ, ਇੱਕ ਓੰਕਾਰ। ਓ ਅੱਗੇ ਊੜੇ ਨੂੰ ਹੋੜਾ ਲੱਗਾ, ਇੱਕ ਓੰਕਾਰ, ਅਕਾਰੀ ਲੱਗੀ ਉਹਨੂੰ ਕਹਿੰਦੇ। ਇਸ ਪ੍ਰਕਾਰ ਉਚਾਰਨ ਇੱਕ ਜੋ ਪਰਮੇਸ਼ਰ ਹੈ, ਰਵਾਇਤ ਸਰੂਪ, ਸਭ ਨੂੰ ਚੇਤਨ ਸਤਾ ਦੇਣੇ ਵਾਲਾ, ਉਚਾਰਨੇ ਮਾਤਰ ਛੇ ਰਕਸ਼ਾ ਕਰਨੇ ਵਾਲਾ ਇੱਕ ਓੰਕਾਰ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ਼੍ਰੀ ਕਹਿੰਦੇ ਨੇ ਸ਼੍ਰੋਮਣੀ ਨੂੰ, ਸਭ ਤੋਂ ਉੱਚਾ, ਸਭ ਤੋਂ ਵੱਡਾ ਉਹ ਹੈ ਸ੍ਰੀ ਵਾਹਿਗੁਰੂ। ਜਿਹਨਾਂ ਤੁਸੀਂ ਜਾਪ ਕਰਦੇ ਨਾ, ਸਾਡਾ ਗੁਰਮੰਤਰ ਵੀ ਹੈ ਵਾਹਿਗੁਰੂ। ਗੁਰਮੰਤਰ ਹੈ ਜਪ ਹਉਮੈ ਖੋਈ। ਜੋ ਸ਼੍ਰੀ ਸ਼੍ਰੋਮਣੀ ਵਾਹਿਗੁਰੂ ਹੈ, ਜੀ ਕੀ ਫਤਿਹ, ਉਸ ਦੀ ਹਮੇਸ਼ਾ ਹੀ ਫਤਿਹ ਹੈ। ਅਥਵਾ ਜਿਹੜਾ ਜੀ ਵੀ ਉਸ ਪਰਮੇਸ਼ਰ ਦਾ ਉਚਾਰਨ ਕਰਦਾ ਹੈ, ਵਾਹਿਗੁਰੂ ਦਾ, ਉਹਦੀ ਹਮੇਸ਼ਾ ਹੀ ਜਗਤ ਵਿੱਚ ਫਤਿਹ ਹੁੰਦੀ ਹੈ। ਪਾਤਸ਼ਾਹੀ ਦਸਵੀਂ। ਪਾਤਸ਼ਾਹੀ ਦਸਵੀਂ ਤੋਂ ਭਾਵੇਂ ਹੁੰਦਾ ਦਸਵੇਂ ਪਾਤਸ਼ਾਹ ਦੀ ਪਾਵਨ ਪਵਿੱਤਰ ਮੁਖਾਰਬਿੰਦ ਰਚਨਾ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਜਾਉਂਦਾ, ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨਾਵਾਂ। ਇਸੇ ਪ੍ਰਕਾਰ ਦਸਮ ਪਾਤਸ਼ਾਹ ਦੀ ਬਾਣੀ ਚ ਆਉਂਦਾ ਹੈ ਪਾਤਸ਼ਾਹੀ ਦਸਵੀਂ। ਇੱਕ ਇਹ ਵੀ ਬੇਨਤੀ ਕਰ ਦਈਏ, ਕਈ ਉਚਾਰਨ ਲੱਗਾ ਸੀ ਪਾਤਸ਼ਾਹੀ 10 ਕਹਿ ਜਾਂਦੇ, 10 ਨਹੀਂ, ਪਾਤਸ਼ਾਹੀ ਦਸਵੀਂ, ਦੱਦਾ ਸੱਸਾ ਵਾਵਾ ਲਾ ਕੇ, ਵਾਵੇ ਪਿਆਰੀ, ਦਸਵੀਂ ਦਸਮ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਾਣੀ। ਕਬਿਓ ਬਾਚ ਬੇਨਤੀ ਚੌਪਈ। ਸੱਚੇ ਪਾਤਸ਼ਾਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਆਪ ਨੂੰ ਕਵੀ ਹੋ ਕਰਕੇ ਨਾ, ਆਪਣੇ ਲੋਕ ਕਬਿਓ ਬਾਚ, ਵਾਜ ਕਰਦੇ ਨੇ, ਵਚਨ ਕਰਦੇ ਨੇ। ਤੇ ਇਹ ਕਬਿਓ ਬਾਚ ਬੇਨਤੀ ਰੂਪ ਵਿੱਚ ਚੌਪਈ ਇੱਕ ਛੰਦ ਦਾ ਨਾਮ ਹੈ। ਇਹਦੇ 4 ਚਰਨ ਹੁੰਦੇ ਨੇ, ਭਾਵਰ 4 ਪੰਗਤੀਆਂ। ਇਸੇ ਪ੍ਰਕਾਰ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਚੌਪਦੇ ਆਉਂਦੇ ਨੇ, ਜਿਵੇਂ 2 ਪਦੇ ਨੇ, ਤਿਪਦੇ ਨੇ, ਅਸ਼ਟਪਦੀਆਂ ਨੇ। ਉਹ ਨੇ ਪਦਾਂ ਵਾਲਾ ਸ਼ਬਦ ਹੁੰਦਾ।
ਜੇ ਮਾਰੂ ਸੋਲ ਹੈ ਆ ਉਹ 16 ਪਦਿਆਂ ਵਾਲਾ ਸ਼ਬਦ ਹੈ, ਤਾਂ ਕਰਕੇ 16 ਪਦਿਆਂ ਮਾਰੂ ਸੋਲ ਹੈ, ਸੋਲ ਹੈ। ਤੇ ਛੱਕੇ ਤੋਂ ਭਾਵ ਹੁੰਦਾ 6 ਪੰਕਤੀਆਂ ਦਾ ਇੱਕ ਪਦਾ। ਛਪਾ ਛੰਦ ਕਹਿ ਦਿਓ ਉਹਦਾ ਵੀ 6 ਪੰਕਤੀਆਂ ਦਾ ਹੁੰਦਾ। ਇੱਥੇ ਹੈ ਚੌਪਈ, 4 ਚਰਨ ਭਾਵ 4 ਪੰਕਤੀਆਂ ਵਾਲਾ ਬੰਦ, ਤੇ ਜਿਹਦੇ 16 ਅਥਵਾ 17 ਮਾਤਰਾ ਲੱਗੀਆਂ ਹੋਣ, ਉਹ ਹੈ ਚੌਪਈ ਸਾਹਿਬ। ਤੇ ਚੌਪਈ ਸਾਹਿਬ ਦੀ ਉਥਾਨਕਾ ਬੇਨਤੀ ਕਰਦਿਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਮਹਾਨ ਅੰਮ੍ਰਿਤ ਬਾਣੀ ਦਸਮ ਬਾਣੀ ਦੀ ਰਚਨਾ ਕੀਤੀ ਹੈ। ਸਾਹਿਬੇ ਕਮਾਲ ਪਾਤਸ਼ਾਹ ਮਹਾਰਾਜ ਜਦੋਂ ਰਚਨਾ ਕਰ ਰਹੇ ਸਨ, ਸਾਰੀ ਬਾਣੀ ਦੀ ਰਚਨਾ ਹੋ ਗਈ। ਅਖੀਰ ਤੇ ਪਖਿਆਨ ਚਰਿੱਤਰ ਭਾਵੇਂ ਹਨ 405 ਦੀ ਗਿਣਤੀ ਹੈ, ਪਰ ਪਹਿਲਾ ਚਰਿੱਤਰ ਜਿਹੜਾ ਉਹ ਪਰਮੇਸ਼ਰ ਜੀ ਦਾ ਹੈ। ਇਹ ਹੈ ਅਖੀਰਲਾ ਚਰਿੱਤਰ। ਉਹ ਵੀ ਜਿਵੇਂ ਤੁਸੀਂ ਪੜ੍ਹਦੇ ਆ ਤਸਰੀ ਚਰਿੱਤਰ ਪਖਿਆਨੇ, ਤ੍ਰੀਆ ਚਰਿੱਤਰ ਮੰਤਰੀ ਭੂਪ ਸੰਵਾਦੇ, 405 ਚਰਿੱਤਰ ਸਮਾਪਤ ਮਸਤ ਸੁਭ ਮਸਤ। ਅਖੀਰਲਾ ਜੋ ਚਰਿੱਤਰ ਹੈ ਉਹ ਵੀ ਪਰਮੇਸ਼ਰ ਦਾ ਲਿਖਿਆ ਮਹਾਰਾਜ ਨੇ। ਉਹ ਸਤਯੁਗ ਦੇ ਵਿੱਚ ਦੈਂਤਾਂ ਨਾਲ ਜੰਗ ਹੋਇਆ, ਪਰਮੇਸ਼ਰ ਜੀ ਦਾ ਰੂਪ ਧਾਰਨ ਕੀਤਾ ਮਹਾਰਾਜ ਜੀ ਨੇ। ਦੈਂਤਾਂ ਨਾਲ ਹੋਇਆ ਬਹੁਤ ਭਾਰੀ ਜੰਗ। ਉਹ ਜੰਗ ਨੂੰ ਸਾਹਿਬੇ ਕਮਾਲ ਮਾਰ ਲਿਖੀ ਜਾ ਰਹੇ ਸਨ, ਜੰਗ ਦੀ ਲਿਖਾਈ ਕਰ ਰਹੇ ਨੇ। ਐਸਾ ਉਹ ਕਾਫੀ ਵੱਡਾ ਹੈ ਸਾਧ ਸੰਗਤ ਜੀ। ਚੌਪਈ ਸਾਹਿਬ ਤਾਂ ਸਿਰਫ ਇਹ 2.5 ਕੰਗ ਦੀ ਬਾਣੀ ਆ, ਪਰ ਉਹ ਜਿਹੜੀ ਵਾਰਤਾ ਬੜੀ ਲੰਬੀ ਹੈ। 100 ਪੱਤਰੇ ਤੋਂ ਵੱਧ ਦੀ ਵਧੇਰੇ ਲੰਬੀ ਵਾਰਤਾ ਹੈ। ਉਹ ਜੰਗ ਲਿਖਿਆ ਸਾਰਾ ਜੰਗ ਪਾਤਸ਼ਾਹ ਨੇ ਲਿਖਿਆ। ਜਿਸ ਪ੍ਰਕਾਰ ਪਰਮੇਸ਼ਰ ਜੀ ਦੀ ਜਿੱਤ ਹੋਈ ਅਖੀਰ ਤੇ ਉਹ ਮਹਾਰਾਜ ਲਿਖੀ ਜਾਂਦੇ ਨੇ। ਲਿਖਦਾ ਪਾਤਸ਼ਾਹ ਦੇ ਉਹ ਸਾਰਾ ਸੀਨ ਸਾਹਮਣੇ ਆ ਗਿਆ ਸਤਿਯੁਗ ਦਾ। ਉਹ ਪਰਮੇਸ਼ਰ ਜੀ ਸ੍ਰੀ ਅਸ਼ਤੋਜ ਜੀ ਦਾ ਪਾਵਨ ਸਰੂਪ ਸਾਹਮਣੇ ਆਇਆ। ਉਸ ਸਰੂਪ ਪਾਤਸ਼ਾਹ ਮਹਾਰਾਜ ਜੀ ਉਸ ਸਰੂਪ ਨੂੰ ਬੇਨਤੀ ਕਰਦੇ ਆਪਣੇ ਲਿਖਦੇ ਨੇ ਵੀ ਐਸਾ ਤੂੰ ਵਾਹਿਗੁਰੂ ਪਰਮੇਸ਼ਰ ਜੀ ਐਸਾ ਹੈ। ਉਹਨੂੰ ਫਿਰ ਸਨਮੁਖ ਸਮਝ ਕੇ ਬੇਨਤੀ ਹਮਰੀ ਕਰੋ ਹਾਥ ਦਾ ਰਸ਼ਾ। ਇਹ ਉਥਾਨਕਾ ਲਵੇਰੀ ਹੋਰ ਵੀ ਉਥਾਨਕਾ ਹੈ, ਪਰ ਇਤਨੀ ਕਿ ਯਾਦ ਰੱਖਿਆ। ਉਹ ਜੰਗ ਨੂੰ ਮੁੱਖ ਰੱਖ ਕੇ ਜੋ ਪਰਮੇਸ਼ਰ ਦਾ ਸਰੂਪ ਸਾਹਮਣੇ ਆ ਜਾਂਦਾ, ਉਹ ਸਰੂਪ ਨੂੰ ਸਨਮੁਖ ਪਾਤਸ਼ਾਹ ਜੀ ਬੇਨਤੀ ਕਰਦੇ ਨੇ ਐਸਾ ਸਰੂਪ ਹੈ, ਐਸਾ ਕਿਰਪਾਲੂ, ਐਸਾ ਦਿਆਲੂ ਹੈ, ਤੂੰ ਪਾਤਸ਼ਾਹ ਜੀ ਮੇਰੀ ਰਕਸ਼ਾ ਕਰ। ਪੜੋ ਜੀ ਹਮਰੀ ਕਰੋ ਹਾਥ ਦਾ ਰੱਛਾ। ਉਸ ਅਕਾਲ ਪੁਰਖ ਪਰਮੇਸ਼ਰ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਜੀ ਮੇਰੀ ਹਮੇਸ਼ਾ ਲਈ ਆਪ ਰੱਖਿਆ ਕਰੋ ਜੀ। ਪੂਰਨ ਹੋਏ ਚਿੱਤ ਕੀ ਇੱਛਾ। ਮੇਰੇ ਚਿੱਤ ਦੀ ਇੱਛਾ ਨਾ ਜਿਹੜੀ ਮੇਰੀ ਭਾਵਨਾ ਪੂਰੀ ਹੋ ਜਾਵੇ। ਤੁਸੀਂ ਤਾਂ ਹੀ ਬਾਣੀ ਪੜ੍ਹਦੇ ਹੋ ਨਾ। ਕਿਤਨੀਆਂ ਭਾਵਨਾਵਾਂ ਨੇ ਹੁੰਦੀਆਂ, ਕਈਆਂ ਨੂੰ ਅੰਦਰਲੀ ਭਾਵਨਾਵਾਂ ਹੁੰਦੀਆਂ, ਕਈਆਂ ਦੇ ਬੜੇ ਸੰਸਾਰੀ ਭਾਵਨਾਵਾਂ ਵੀ ਹੁੰਦੀਆਂ। ਸਾਡੇ ਕਾਰਜ ਰਾਸ ਆ ਜਾਣ ਤੇ ਕਾਰਜ ਰਾਸ ਆ ਜਾਣੇ, ਬਾਣੀ ਨੇ ਰਾਸ ਕਰ ਦੇਣੇ। ਸੱਚੇ ਪਾਤਸ਼ਾਹ ਮਹਾਰਾਜ ਹਮਰੀ ਕਰੋ ਹਾਥ ਦਾ ਰਛਾਹੇ। ਵਾਹਿਗੁਰੂ ਪਰਮੇਸ਼ਰ ਜੀ ਐਸੇ ਸਰੂਪ, ਦਿਆਲੂ ਸਰੂਪ, ਹੇ ਕਿਰਪਾਲੂ ਸਰੂਪ ਮੇਰੀ ਹਰ ਥਾਂ ਰਕਸ਼ਾ ਕਰੋ ਤੇ ਮੇਰੇ ਮਨ ਦੀਆਂ ਇੱਛਾਵਾਂ ਜਿਹੜੀਆਂ ਨਾ ਉਹ ਵੀ ਆਪ ਪੂਰੀਆਂ ਕਰ ਦਿਓ ਜੀ। ਇੱਛਾ ਪੂਰੀਆਂ ਹੋ ਜਾਣ ਜੀ। ਤਵ ਚਰਨਨ ਮਨ ਰਹਿ ਹਮਾਰਾ। ਸੱਚੇ ਪਾਤਸ਼ਾਹ ਨੇ ਆਪਣੇ ਮਨ ਦੀ ਜਿਹੜੀ ਇੱਛਾ ਸੀ ਨਾ, ਪੂਰਨ ਹੋਏ ਚਿੱਤ ਕੀ ਇੱਛਾ। ਇੱਛਾ ਕਿਹੜੀ ਸੀ? ਇੱਛਾ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹ ਸੀ, ਅਕਾਲ ਪੁਰਖ ਦੇ ਸਨਮੁਖ ਕਿਹੜੀ ਸੀ? ਤਵ ਚਰਨਨ ਮਨ ਰਹਿ ਹਮਾਰਾ। ਹੇ ਵਾਹਿਗੁਰੂ, ਹੇ ਪਰਮੇਸ਼ਰ ਜੀ ਮੇਰਾ ਜਿਹੜਾ ਮਨ ਆ ਨਾ ਇਹ ਹਮੇਸ਼ਾ ਆਪਦੇ ਚਰਨਾਂ ਵਿੱਚ ਲੱਗਿਆ ਰਹੇ, ਹਮੇਸ਼ਾ ਆਪਦੇ ਸਿਮਰਨ ਵਿੱਚ ਲੱਗਿਆ ਰਹੇ, ਹਮੇਸ਼ਾ ਲਈ ਆਪਦੀ ਯਾਦ ਬਣੀ ਰਹੇ ਜੀ। ਤਵ ਚਰਨਨ ਮਨ ਰਹਿ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ। ਹੇ ਵਾਹਿਗੁਰੂ ਜੀ, ਹੇ ਪਰਮੇਸ਼ਰ ਜੀ, ਹੇ ਸ੍ਰੀ ਅਸ਼ਤੋਜ ਜੀ ਮੈਨੂੰ ਆਪਣਾ ਜਾਣ ਕੇ ਨਾ
ਮੇਰੀ ਹਮੇਸ਼ਾ ਲਈ ਰਾਖੀ ਕਰਨਾ ਕਰੋ ਜੀ। ਹਮਰੇ ਦੁਸ਼ਟ ਸਭੈ ਤੁਮ ਕਾਵਹੋ। ਹੇ ਵਾਹਿਗੁਰੂ, ਹੇ ਅਕਾਲ ਪੁਰਖ ਪਰਮੇਸ਼ਰ ਜੀ, ਮੇਰੇ ਜਿਹੜੇ ਦੁਸ਼ਟ ਆ ਨਾ ਸਾਰੇ, ਉਹਨੂੰ ਘਾਵੋ, ਖਤਮ ਕਰ ਦਿਓ। ਦੁਸ਼ਟ ਹਮਰੇ ਦੁਸ਼ਟ ਸਾਡੇ ਵੈਰੀ ਜਿਹੜੇ ਨੇ ਉਹ ਹੁੰਦੇ ਨੇ ਦੋ ਪ੍ਰਕਾਰ ਦੇ ਵੈਰੀ। ਦੋ ਪ੍ਰਕਾਰ ਦਾ ਸਰੀਰ ਹੈ, ਅੰਦਰੂਨੀ ਤੇ ਬਹਿਰੂਨੀ। ਅੰਦਰੂਨੀ ਜਿਹੜੇ ਸਾਡੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੇ ਜਿਹੜੇ ਬਹਿਰੂਨੀ ਬਾਹਰਲੇ ਦੁਸ਼ਮਣ ਵੀ ਸਰੀਰ ਦੇ ਬਾਹਰਲੇ ਹੁੰਦੇ ਨੇ, ਸਥੂਲ ਦੇ ਬਾਹਰਲੇ ਦੁਸ਼ਮਣ ਨੇ, ਤੇ ਸੂਖਮਾ ਉਹਦੇ ਅੰਦਰਲੇ ਨੇ। ਉਹ ਮੇਰੇ ਹਮਰੇ ਦੁਸ਼ਟ ਸਭੈ ਤੁਮ ਕਾਬੂ। ਅੰਦਰੂਨੀ ਤੇ ਬਹਿਰੂਨੀ ਹਰ ਪ੍ਰਕਾਰ ਦੇ ਜਿਹੜੇ ਦੁਸ਼ਟ ਆ ਨਾ, ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਹਮਲਾ ਕਰਨ ਵਾਲੇ, ਉਹਨਾਂ ਨੂੰ ਘਾਵੋ, ਨਾਸ਼ ਕਰ ਦਿਓ ਜੀ। ਆਪ ਹਾਥ ਦੇ ਮੋਹਿ ਬਚਾਵਹੋ। हे परमेश्वर जी, आप हाथ दे के मेरी रक्षा करना करो जी। सुखी बसै मोरो परिवारा। एक मंग कीती परमेश्वर जी ने, हे वाहिगुरु जी, हे परमेश्वर जी, मेरा परिवार है ना, उन्हें सुखी रहे। वो तो अपना कृपा भरिया हथ हमेशा रखो। मेरा परिवार किहड़ा, अगे गल करते परिवार किहड़ी दी गल करते हैं, ध्यान रखो साध संग जी। इत्थे चार साहिबजादियां दी गल नहीं कीती पातशाह महाराज ने, अपने निजी सोढ़ी परिवार की गल नहीं की पातशाह महाराज ने। गल तुहाडी कर रहे हैं, अपनी संगत की गल कर रहे हैं। किहड़ा परिवार है, तुसीं परिवार हो सारे, ਉਹਦੀ ਗੱਲ ਕਰ। ਸੁਖੀ ਬਸੈ ਮੋਰੋ ਪਰਿਵਾਰਾ, ਕਿਹੜਾ ਪਰਿਵਾਰ ਅੱਗੇ ਸਰਵਣ ਕਰੀਏ ਜੀ। ਸੇਵਕ ਸਿੱਖ ਸਭੈ ਕਰਤਾਰਾ। ਹੇ ਕਰਤਾਰ, ਹੇ ਅਕਾਲ ਪੁਰਖ ਵਾਹਿਗੁਰੂ, ਮੇਰਾ ਪਰਿਵਾਰ ਕਿਹੜਾ? ਸੇਵਕ ਸਿੱਖ, ਦੋ ਗੱਲ ਆ, ਦੋ ਲਫ਼ਜ਼ ਨੇ ਇਕੱਠੇ, ਧਿਆਨ ਰੱਖਿਆ ਕਰੋ। ਸੇਵਕ ਸਿੱਖ ਸਭੈ ਕਰਤਾਰ, ਇਹ ਜਿਹਾ ਲੱਗਾ ਪਿੱਛੇ ਸਿੱਖ ਦੇ ਸੇਵਕ ਸਿੱਖ, ਅੱਛਾ ਲੱਗਣਾ ਚਾਹੀਦਾ। ਚਲੋ ਚਲੋ, ਸੇਵਕ ਹੁੰਦੇ ਆ ਸੇਵਾ ਕਰਨ ਵਾਲੇ, ਜਿਵੇਂ ਤੁਸੀਂ ਸੇਵਾ 'ਚ ਲੱਗੇ ਹੋ। ਤੇ ਸਿੱਖ ਹੁੰਦੇ ਨੇ ਸਿੱਖ, ਸਿੱਖਿਆ ਗ੍ਰਹਿਣ ਕਰਨ ਵਾਲੇ, ਸਟੂਡੈਂਟ ਕਹਿ ਲਓ। ਦੋ ਪੱਖ ਸੀ ਨਾ, ਇੱਕ ਤਾਂ ਮਹਾਰਾਜ ਮੇਰੇ ਕਿਲੇ 'ਚ ਸਾਰੇ ਸੇਵਕ ਰਹਿੰਦੇ, ਇਹਨਾਂ ਦੀ ਸੇਵਾ ਕਰਨੀ। ਇਹ ਖਾਸ ਵਿਦਿਆਰਥੀ ਨੇ ਮੇਰੇ, ਵਿਦਵਾਨ ਜਿਹੜੇ ਵਿਦਵਤਾ ਗ੍ਰਹਿਣ ਕਰਨ ਵਾਲੇ ਸਨ, ਸਿੱਖਿਆ ਦਾ ਗ੍ਰਹਿਣ ਕਰਨ ਵਾਲੇ ਵੀ, ਤੇ ਜਿਹੜੇ ਸੇਵਕ ਸੇਵਾ ਕਰਦੇ ਨੇ ਮਹਾਰਾਜ। ਕੋਈ ਭਾਂਡਿਆਂ ਤੇ ਲੱਗਾ, ਕੋਈ ਜੋੜਿਆਂ ਤੇ ਲੱਗਾ, ਕੋਈ ਝਾੜੂ ਦੀ ਸੇਵਾ ਕਰਦਾ, ਕੋਈ ਤੱਪੜ ਵਿਛਾ, ਕੋਈ ਦਰੀਆਂ ਦੀ ਸੇਵਾ ਕਰ ਰਿਹਾ। ਇਹ ਸੇਵਕ ਨੇ। ਕੋਈ ਜਲ ਦੀ ਸੇਵਾ ਕਰ ਰਿਹਾ। ਪਰਮੇਸ਼ਰ ਜੀ ਕੋਲੋਂ ਮੰਗ ਕਰਦੇ ਨੇ ਪਾਤਸ਼ਾਹ ਸਾਹਿਬ, ਇੱਕ ਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਇਹ ਪਾਤਸ਼ਾਹ ਮਹਾਰਾਜ ਮੇਰੇ ਸੇਵਕ ਤੇ ਸਿੱਖ, ਇਹ ਮੇਰਾ ਪਰਿਵਾਰ ਹੈ ਸਾਰਾ, ਇਹ ਹਮੇਸ਼ਾ ਲਈ ਸੁਖੀ ਵਸਦੇ ਰਹਿਣ। ਮੋਰ ਅੱਛਾ ਨਿਜ ਕਰਦੈ ਕਰੀਐ। ਸੱਚੇ ਪਾਤਸ਼ਾਹ ਮੋਰ ਅੱਛਾ ਨਿਜ ਕਰ ਕਹਿੰਦੇ ਹੱਥ ਨੂੰ, ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰਨਾ ਕਰੋ ਜੀ। ਸਭ ਬੈਰਨ ਕੋ ਆਜ ਸੰਘਰੀਐ। ਸਾਰੇ ਵੈਰੀ ਆਜ ਦਾ ਭਾਵਨ ਦਾ ਹੁਣੇ ਹੀ ਜਲਦੀ ਸਾਰੇ ਵੈਰੀਆਂ ਨੂੰ ਸੰਘਾਰਨਾ ਕਰੋ। ਪੂਰਨ ਹੋਏ ਹਮਾਰੀ ਆਸਾ। ਮੇਰੇ ਮਨ ਦੀ ਇੱਕ ਆਸਾ ਹੈ ਸੱਚੇ ਪਾਤਸ਼ਾਹ, ਕਿਹੜੀ ਆਸਾ? ਉਹ ਵੀ ਪੂਰੀ ਕਰ ਦਿਓ ਜੀ। ਸਾਧ ਸੰਗ ਜੀ, ਆਪਾਂ ਸਾਰੇ ਆਸਾ ਰੱਖ ਕੇ ਆਉਣੇ। ਮਾਘ ਮਹੀਨੇ ਦਾ ਤੁਸੀਂ ਸਮਾਗਮ ਕਰ ਰਹੇ ਹੋ, ਸਾਡੀਆਂ ਆਸਾਂ ਹੁੰਦੀਆਂ ਨੇ ਕੁਛ, ਹਰੇਕ ਦੀ ਆਸਾ। ਬਹੁਤ ਸਾਰੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਕਈਆਂ। ਪਿਛਲੇ ਦਿਨੇ ਭਾਈ ਕੁਲਦੀਪ ਸਿੰਘ ਸਾਹਿਬ ਜੀ ਉਹ ਇੱਕ ਬਸਤੀ 'ਚ ਗਏ ਸਨ, ਉੱਥੇ ਮਹਾਰਾਜ ਦਾ ਪ੍ਰਕਾਸ਼, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਸੁਖਮਨੀ ਸਾਹਿਬ ਦਾ ਜਾਪ ਕਰਕੇ ਆਏ ਸਨ। ਤੇ ਦਾਸ ਨੂੰ ਵੀ ਪਰਿਵਾਰ ਦੇ ਨਾਲ ਸੰਬੰਧ ਹੈ, ਉਹਨਾਂ ਨੇ ਬੁਲਾਇਆ ਸੀ। ਉਹ ਇੱਛਾ ਸੀ ਨਾ ਉਹਨਾਂ ਦੀ, ਉਹ ਬੇਟੀ ਨੇ ਕੋਈ ਬਾਹਰ ਜਾਣ ਦੀ ਇੱਛਾ ਸੀ ਉਹਦੀ, ਗੁਰਪ੍ਰੀਤ ਕੌਰ, ਉਹਦੀ ਇੱਛਾ ਸੀ ਬਾਹਰ ਜਾਵਾਂ। ਭਜਨ ਵੀ ਕਰਦੇ ਸੀ, ਚੌਪੀ ਸਾਹਿਬ ਦੇ, ਸੁਖਮਨੀ ਸਾਹਿਬ ਦੇ ਪਾਠ ਵੀ ਕੀਤੇ ਉਹਨੇ। ਇੱਛਾ ਸੀ ਨਾ ਉਹਦੀ, ਉਹਦੀ ਇੱਛਾ ਪੂਰੀ ਹੋ ਗਈ। ਐਸੀ ਬਾਣੀ ਹੈ ਸਾਧ ਸੰਗਤ ਦੀ। ਕਿਵੇਂ
ਪੂਰਨ ਹੋਏ ਹਮਾਰੀ ਆਸਾ। हे सच्चे पातशाह मेरी आशा जेरी ना वो संपूर्ण हो जावे। हाँ जी। ਤੋਰ ਭਜਨ ਕੀ ਰਹਿ ਪਿਆਸਾ। पर ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਕੀ ਆਸਾ ਸੀਗੀ? ਉਹਦਾ ਭਜਨ ਹੀ ਮੰਗਦੇ ਨੇ, ਨਾਮ ਦੀ ਦਾਤ ਮੰਗਦੇ ਨੇ। ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਜੇ ਨਾਮ ਦੀ ਪ੍ਰਾਪਤੀ ਹੋਗੀ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਨੇ। ਜਿਨੇਸ਼ਾਂ ਸਭ ਪੁਜਾਈਆਂ ਐਸੀ ਬਾਣੀ ਪਵਿੱਤਰ ਹੈ। ਸੋ ਮਹਾਰਾਜ ਦੀ ਨਾਮ ਦੀ ਆਸਾ ਸੀ, ਭਜਨ ਦੀ ਆਸਾ ਸੀ। ਤੂਰ ਭਜਨ ਕੀ ਰਹੇ ਪਿਆਸਾ। ਹੈ ਵਾਹਿਗੁਰੂ ਜੀ ਆਪਾਂ ਇਹ ਮੰਗਿਆ ਕਰੋ ਸਾਧ ਸੰਗਤ ਜੀ, ਵੱਡੀ ਮੰਗ ਮੰਗੀਏ, ਛੋਟੀਆਂ ਮੰਗਾਂ ਆਪੇ ਪੂਰੀਆਂ ਹੋ ਜਾਣੀਆਂ ਨੇ। ਜੇ ਤੁਸੀਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ ਫਿਰ ਇੱਥੇ ਬੰਦ ਨਾ ਕਰ ਦਿਓ, ਘਰਾਂ 'ਚ ਜਾ ਕੇ ਸ਼ੁਰੂ ਕਰੋ। ਜਿਹਨਾਂ ਚੌਪੀ ਸਾਹਿਬ ਦੇ ਪਾਠ ਕਰਨੇ ਉਹ ਵੀ ਐਂ ਨਾ ਵੀ ਰਹਿ ਸਾਹਿਬ ਸਮੇਂ ਕਰ ਲਿਆ, ਕਈ 10-10 ਪਾਠ ਵੈਸੇ ਕਰਦਿਆ ਕਰੋ। 2-4 ਦਿਨ ਤੁਸੀਂ ਬਾਣੀ ਪੜ੍ਹੋਗੇ, ਬਾਣੀ ਕੰਠ ਹੋ ਜਾਣੀ ਹੈ। ਪਰ ਇੱਕ ਬੇਨਤੀ ਮੈਂ ਜ਼ਰੂਰ ਕਰ ਦਿਆਂ, ਛੋਟੇ ਗ੍ਰੰਥੀ ਸਾਹਿਬ ਜੀ ਸਿਆਣੇ ਗੁਰਮੁਖ ਪਿਆਰੇ ਨੇ, ਇਹਨਾਂ ਨੂੰ ਬਾਣੀ ਸੁਣਾ ਦਿਆ ਕਰੋ, ਸੰਥਾ ਜ਼ਰੂਰ ਕਰ ਲਿਆ ਕਰੋ। ਗਲਤ ਨਹੀਂ ਬਾਣੀ ਪੜ੍ਹਨੀ, ਸ਼ੁੱਧ ਬਾਣੀ ਪੜ੍ਹਨੀ। ਤੋ ਮਾਰਦੀਆਂ ਆਪੇ ਫਿਰ ਰਹਿਮਤਾਂ ਆ ਜਾਂਦੀਆਂ ਨੇ। ਪਰ ਉੱਥੇ ਬੰਦ ਨਾ ਕਰਦਿਆ ਕਰੋ ਉਤਨੇ ਇੱਕ ਦਿਨ ਪੜ੍ਹ ਕੇ। ਨਹੀਂ, ਵੇਖੋ ਸਾਹਿਬ ਕਮਾਲ ਪਾਤਸ਼ਾਹ ਮਹਾਰਾਜ ਮੰਗ ਕੀ ਕਰ ਰਹੇ ਨੇ? ਤੂਰ ਭਜਨ ਕੀ ਰਹੇ ਪਿਆਸਾ। ਹੈ ਵਾਹਿਗੁਰੂ ਤੇਰੇ ਭਜਨ ਦੀ, ਤੇਰਾ ਸਿਮਰਨ ਕਰਨ ਦੀ ਹਮੇਸ਼ਾ ਹੀ ਮੇਰੀ ਤੀਬਰ ਇੱਛਾ ਬਣੀ ਰਹੇ, ਤਾਂਘ ਬਣੀ ਰਹੇ। ਤੁਮ ਹੈ ਛਾੜ ਕੋਈ ਅਵਰ ਨਾ ਧਿਆਊ। ਤੇ ਨਿਸ਼ਚਾ ਕੈਸਾ ਹੈ? ਨਾ ਡੋਲਣਾ ਨਹੀਂ ਹੈ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਣਾ ਨਹੀਂ ਹੈ, ਨਿਸ਼ਚਾ ਰੱਖਣਾ। ਕਈ ਵਾਰੀ ਕੁਛ ਕਾਰਜ 'ਚ ਦੇਰੀ ਬਣ ਜਾਵੇ, ਫਿਰ ਆਪਾਂ ਮਹਾਰਾਜ ਦਾ ਦਰ ਛੱਡ ਜਾਂਦੇ ਹਾਂ, ਹੋਰ ਪਾਸੇ ਨੂੰ ਭਜਦੇ ਹਾਂ। ਐਸਾ ਹੁੰਦਾ ਨਾ ਕਈ ਵਾਰੀ, ਹੋਰ ਪਾਸੇ ਲੈ ਜਾਓ ਚੂਰਮਾ ਬਣਾ ਕੇ। ਨਹੀਂ, ਇੱਥੇ ਨਹੀਂ ਗੱਲ, ਇਹ ਨਹੀਂ ਚੱਲਦਾ ਕੰਮ, ਮਹਾਰਾਜ ਦਾ ਨਹੀਂ ਹੁਕਮ ਹੈ ਨਾ। ਨਿਸ਼ਚੈ ਪੱਕਾ ਹੋਵੇ। ਕਿਹੜੀ ਪੰਕਤੀ ਵੀ ਦੱਸ ਦੇ। ਤੁਮਹਿ ਛਾੜ ਕੋਈ ਅਵਰ ਨਾ ਧਿਆਊ। ਮਹਾਰਾਜ ਮੇਰੇ ਤੇ ਕਿਰਪਾਲਤਾ ਕਰੋ, ਮੇਰੀ ਆਸ਼ਾ ਇਹ ਪੂਰਨ ਹੋਵੇ ਕਿ ਤੇਰਾ ਭਜਨ ਹੀ ਹਮੇਸ਼ਾ ਕਰਦਾ ਰਹੀਏ। ਤੇ ਅੱਗੇ ਬੇਨਤੀ ਮਹਾਰਾਜ ਐ ਨਹੀਂ ਵੀ ਮੇਰੀ ਆਸ਼ਾ ਨਹੀਂ, ਜਰਾ ਅਟਕਾ ਪੈ ਗਿਆ ਤਾਂ ਮੈਂ ਹੋਰ ਪਾਸੇ ਨਹੀਂ ਜਾਣਾ। ਤੁਮਹਿ ਛਾੜ ਕੋਈ ਅਵਰ ਨਾ ਧਿਆਉ। ਇਹ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਮੇਰੇ ਤੇ ਕਿਰਪਾਲਤਾ ਕਰ ਦਿਓ, ਐਸਾ ਨਿਸ਼ਚਾ ਬਣਾ ਦਿਓ ਤੈਨੂੰ ਛੱਡ ਕੇ ਹੋਰ ਕਿਤੇ ਨਾ ਜਾਵਾਂ, ਤੇਰੇ ਹੀ ਚਰਨਾਂ ਦਾ ਆਸਰਾ ਬਣਿਆ ਰਹੇ। ਜੋ ਬਰ ਚਾਹੋ ਸੋ ਤੁਮ ਤੇ ਪਾਉ। ਵਰ ਕੋਈ ਵੀ ਹੋਵੇ, ਵਰ ਲੈਣੇ ਨੇ, ਕਿ ਪਰਿਵਾਰ ਵਾਸਤੇ ਵਰ ਮੰਗਣੇ ਨੇ, ਆਪਣੇ ਬੱਚਿਆਂ ਵਾਸਤੇ ਵਰ ਮੰਗਣੇ ਨੇ, ਕਈਆਂ ਨੇ ਸਿਮਰਨ ਦਾ ਹੀ ਵਰ ਮੰਗਣਾ ਹੁੰਦਾ, ਮੇਰੇ ਸੱਚੇ ਬਾਹਰ ਨਿਤਨੇਮ ਵਿੱਚ ਵਾਧਾ ਹੋ ਜਾਵੇ। ਤੇ ਕਈਆਂ ਦੇ ਅੰਦਰੂਨੀ ਤੇ ਬਰੂਨੀ ਦੁਸ਼ਮਣਾਂ ਦੀ ਗੱਲ ਚੱਲ ਰਹੀ ਪਿੱਛੇ। ਪਰ ਜੋ ਵਰ ਚਾਹੂੰ, ਜੋ ਮੈਂ ਵਰ ਚਾਹਾਂ ਸੱਚੇ ਪਾਤਸ਼ਾਹ ਆਪਦੇ ਕੋਲੇ ਲੈਣੇ, ਹੋਰ ਕਿਤੇ ਨਹੀਂ ਮੈਂ ਜਾਣਾ ਹੈ। ਅਖੀਰ ਤੇ ਪੰਕਤੀ ਆਏਗੀ, ਪਾਵਨ ਬਚਨ ਆਉਣਗੇ, ਸਗਲ ਦਵਾਰ ਕੋ ਛਾੜ ਕੇ ਕਹਿਓ ਤੁਹਾਰੋ ਦਵਾਰ। ਸਾਰੇ ਦਵਾਰ ਛੱਡ ਕੇ ਮਹਾਰਾਜ ਤੇਰੇ ਦੁਆਰੇ ਆਇਆ ਹੋਇਆ। ਤੁਮਹਿ ਛਾੜ ਕੋਈ ਅਵਰ ਨਾ ਧਿਆਉ। ਸੱਚੇ ਪਾਤਸ਼ਾਹ ਮਹਾਰਾਜ ਜੀ ਤੈਨੂੰ ਛੱਡ ਕੇ ਹੋਰ ਕਿਸੇ ਨੂੰ ਧਿਆਵਾਂਗਾ। ਜੋ ਵੀ ਵਰ ਦੀ ਪ੍ਰਾਪਤੀ ਹੋਵੇ ਆਪਦੇ ਚਰਨਾਂ ਵਿੱਚੋਂ ਹੀ ਲਵਾਂਗਾ। ਹੇ ਪਰਮੇਸ਼ਰ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਸ ਪ੍ਰਕਾਰ ਆਪਾਂ ਸਾਰੇ ਵਿਚਾਰ ਬਣਾਇਆ ਕਰੋ ਭਾਈ। ਧੰਨ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਕਿਤੇ ਨਹੀਂ। ਭਲਾ ਬੜੇ ਬੜੇ ਸੱਚ ਇੱਥੇ ਇਸ ਸੰਸਾਰ ਤੇ ਆਉਣੇ ਨੇ, ਬੜੇ ਬੜੇ ਕਰਾਮਾਤੀ ਆਉਣੇ ਨੇ। ਨਹੀਂ ਨਹੀਂ, ਇਹ ਪੁਰਾਣੀ ਗੱਲ ਆ, ਪੁਰਾਣੇ ਸੁੱਟ 'ਚ ਬੈਠੇ ਹੋਣਗੇ। ਜਿਹੜਾ ਗੁਰਦੁਆਰਾ ਅਕਾਲਸਰ ਸਾਹਿਬ ਹੈ ਨਾ, ਇਹ ਗੁਰਦੁਆਰੇ ਨਹੀਂ ਬਣੇ ਸਨ। ਮੈਂ ਕੋਈ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਹਾਂ, ਉਦੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵੀ ਉਹ ਨਹੀਂ ਸੀ। ਇੱਥੇ ਗਿਆਨੀ ਨੱਥਾ ਸਿੰਘ ਜੀ ਭੂਰੀ ਵਾਲੇ ਕਥਾ ਕਰਦੇ ਹੁੰਦੇ ਸਨ, ਪੁਰਾਣਿਆਂ ਨੂੰ ਪਤਾ ਹੋਵੇਗਾ। ਤੇ ਸੁਬਾਹ ਕਥਾ ਕਰਨੀ ਉਹਨਾਂ ਨੇ ਅਕਾਲਸਰ ਸਾਹਿਬ ਗੁਰਦੁਆਰਾ ਸਾਹਿਬ, ਤੇ ਸਾਡੇ ਉਹ ਆਪਣੇ ਪਿੰਡ ਤੱਕ ਸੁਣਦੇ ਸਨ। ਸਾਨੂੰ ਆਵਾਜ਼ ਸੁਣਾਈ ਦਿੰਦੀ ਸੀ ਤੇ ਉਹਨਾਂ ਨੇ ਧਾਰਨਾ ਲਾਉਣੀ, ਸਿੱਖ ਨਾ ਗੁਰੂ ਦਾ ਡੋਲੇ, ਧਰਤੀ ਨਿਸ਼ੰਗ ਡੋਲ ਜੇ। ਸਿੱਖ ਨਾ ਗੁਰੂ ਦਾ ਡੋਲੇ,
ਧਰਤੀ ਨਿਸ਼ੰਗ ਡੋਲ ਜੇ, ਸਿੱਖ ਨਾ ਗੁਰੂ ਦਾ ਡੋਲੇ। ਧਰਤੀ ਨਿਸ਼ੰਗ ਡੋਲ ਜੇ, ਸਿੱਖ ਨਾ ਗੁਰੂ ਦਾ ਡੋਲੇ। ਧਰਤੀ ਨਿਸ਼ੰਗ ਡੋਲ ਜੇ। ਇਹ ਮੇਰੇ ਯਾਦ ਆ ਗਿਆਨੀ ਨੱਥਾ ਸਿੰਘ ਜੀ ਭੂਰੀ ਵਾਲੇ। ਆ ਤੁਹਾਡਾ ਜਿਹੜਾ ਇੱਥੇ ਆ ਭਾਗ ਸਿਨੇਮਾ ਬਣਿਆ, ਇੱਥੇ ਪ੍ਰੈਸ ਹੁੰਦੀ ਸੀ ਜਗਤ ਸੇਵਕ ਪ੍ਰੈਸ, ਤੇ ਉਹਨਾਂ ਦਾ ਗਿਆਨੀ ਜੀ ਦਾ ਉਹ ਲੜਕਾ ਸੀਗਾ। ਮੇਰੇ ਨਾਲ ਸਾਡਾ ਇੱਕ ਮਸ਼ੀਨਮੈਨ ਹੈਗਾ ਭਾਈ ਜਗਰਾਜ ਸਿੰਘ ਹੋਰੀ ਆਏ ਨੇ, ਬਾਣੇ ਵਿੱਚ ਨੇ, ਤੇ ਉਹ ਸਾਰੀ ਪ੍ਰੈਸ ਦੀ ਸੇਵਾ ਕਰਦੇ। ਇਹ ਜਾਣਦੇ ਨੇ ਮਲਕੀਤ ਸਿੰਘ ਨੂੰ। ਉਹ ਮਲਕੀਤ ਸਿੰਘ ਦਾ ਪਿਤਾ ਹੁੰਦਾ ਗਿਆਨੀ ਨੱਥਾ ਸਿੰਘ ਜੀ, ਬਜ਼ੁਰਗ ਸਨ। ਇੱਥੇ ਦੇ ਪਿੱਛੇ ਜੇ ਇੱਕ ਘਰ ਹੈਗੇ, ਇੱਥੇ ਜੇ ਮੇਰਾ ਖਿਆਲ ਰਾਜੇ ਸਿੱਖਾਂ ਦੇ ਘਰ, ਸਾਡੇ ਰਾਮੋ ਵਾਲੇ ਉਹਨਾਂ ਦੀ ਰਿਸ਼ਤੇਦਾਰੀ। ਉਹ ਲੜਕੀ ਉਹਨਾਂ ਨੇ ਕਥਾ ਕਰਾਉਂਦੀ ਹੁੰਦੀ ਸੀ, ਮੈਨੂੰ ਯਾਦ। ਗਿਆਨੀ ਨੱਥਾ ਸਿੰਘ ਜੀ ਭੂਰੀ ਵਾਲੇ ਉਹ ਕਥਾ ਕਰਾਉਂਦੇ ਹੁੰਦੇ ਸਨ ਅਕਾਲਸਰ ਸਾਹਿਬ ਗੁਰਦੁਆਰੇ। ਉਹ ਇਹ ਸ਼ਬਦ ਪੜ੍ਹਦੇ ਸਨ। ਤੇ ਗੱਲ ਡੋਲਣ ਦੀ ਹੈ। ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਘਰ ਹੱਥ। ਫੇਰ ਪੰਕਤੀ ਇਹੋ ਪੜੋ ਜੀ। ਜੋ ਬਰ ਚਾਹੋ ਸੋ ਤੁਮ ਤੇ ਪਾਉ। ਮੈਂ ਡੋਲਣਾ ਨਹੀਂ ਮਹਾਰਾਜ, ਕਿਤੇ ਨੇ ਛੱਡ ਕੇ ਹੋਰ ਕਿਤੇ ਨਹੀਂ ਜਾਣਾ, ਤੇਰੇ ਤੇ ਭਰੋਸਾ ਰਵੇ। ਜੋ ਬਰ ਚਾਹੋ ਸੇ ਤੇਰੇ ਤੋਂ ਹੀ ਪ੍ਰਾਪਤ ਕਰਾਂਗਾ। ਪਾਤਸ਼ਾਹ ਮਹਾਰਾਜ ਜੀ, ਕਿਸੇ ਤਰ੍ਹਾਂ ਦੀ ਵਰ ਦੀ ਲੋੜ ਹੋ ਜਾਵੇ ਮੈਨੂੰ, ਕਿਸੇ ਤਰ੍ਹਾਂ ਦੀ ਇੱਛਾ ਮੇਰੀ ਹੈ ਸੱਚੇ ਪਾਤਸ਼ਾਹ ਤੇਰੇ ਦਰ ਤੋਂ ਹੀ ਪ੍ਰਾਪਤ ਹੋਵੇਗੀ, ਤੇ ਇੱਥੋਂ ਹੀ ਲੈਣੀ, ਹੋਰ ਕਿਤੇ ਨਹੀਂ ਜਾਣਾ। ਪਾਤਸ਼ਾਹ ਮਹਾਰਾਜ ਜੀਓ ਸੇਵਕ ਸਿੱਖ ਹਮਾਰੇ ਤਾਰੀਐ ਹੈ। ਤੇ ਅੱਗੇ ਮੰਗ ਹੋਰ ਮੰਗਦੇ ਨੇ ਪਾਤਸ਼ਾਹ ਸੱਚੇ ਪਾਤਸ਼ਾਹ। ਹੇ ਅਕਾਲ ਪੁਰਖ ਵਾਹਿਗੁਰੂ ਗਰੀਬ ਨਵਾਜ, ਮੇਰੇ ਸੇਵਕ ਤੇ ਸਿੱਖ ਨਾ ਇਹਨਾਂ ਨੂੰ ਤਾਰਨਾ ਕਰੋ ਜੀ ਸੰਸਾਰ ਸਮੁੰਦਰ ਤੋਂ। ਮੰਗ ਮੰਗਦੇ ਸਾਡੀ ਸਾਧ ਸੰਗਤ ਜੀ। ਹੁਣ ਤੁਸੀਂ ਧਿਆਨ ਦਿਓ, ਐਸਾ ਕਲਗੀ ਵਾਲਾ ਪਾਤਸ਼ਾਹ ਮਹਾਰਾਜ ਜੀ ਤੇ ਸਾਡੀ ਸਿੱਖਾਂ ਸੇਵਕਾਂ ਦੀ ਮੰਗ ਮੰਗ ਰਿਹਾ ਵੀ ਇਹਨੂੰ ਤਾਰ ਦਿਓ ਸੰਸਾਰ ਸਮੁੰਦਰ ਤੋਂ। ਵਾਹਿਗੁਰੂ ਪਰਮੇਸ਼ਰ ਜੀਓ, ਇਹ ਐਸੀ ਬਾਣੀ ਚੌਪਈ ਸਾਹਿਬ ਹਮੇਸ਼ਾ ਨਿਤਨੇਮ ਬਣਾ ਲਓ, ਕਈ ਕਈ ਪਾਠ ਕਰਿਆ ਕਰੋ। ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ, ਮੇਰੇ ਸਿੱਖ ਤੇ ਸੇਵਕਾਂ ਨੂੰ ਹਮੇਸ਼ਾ ਸੰਸਾਰ ਸਮੁੰਦਰ ਤੋਂ ਤਾਰ ਲਵੋ ਜੀ। ਚੁਨ ਚੁਨ ਸਤਰ ਹਮਾਰੇ ਮਾਰੀਐ ਹੈ। ਸ਼ਤਰੂ ਨੇ ਦੁਸ਼ਮਣ ਨੇ ਨਾ, ਅੰਦਰੂਨੀ ਤੇ ਬੈਰੂਨੀ, ਇਹਨੂੰ ਚੁਣ ਚੁਣ ਕੇ ਕੱਲੇ ਕੱਲੇ ਵਿਕਾਰ ਦਾ ਨਾਸ਼ ਕਰ ਦਿਓ, ਕੱਲੇ ਕੱਲੇ ਦੁਸ਼ਮਣ ਦਾ ਨਾਸ਼ ਕਰ ਦਿਓ। ਹੋਏ ਪਰਮੇਸ਼ਰ ਜੀਓ, ਆਪ ਹਾਥ ਦੇ ਮੁਝੇ ਉਬਰੀਐ। ਆਪਣਾ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਇਹ ਦਸਤ ਮੁਬਾਰਕ ਕੇ ਦਸਤ ਆਪਦਾ ਪਾਵਨ ਪਵਿੱਤਰ ਹੱਥ ਰੱਖ ਕੇ ਮੈਨੂੰ ਤਾਰ ਲਹੋ ਜੀ। ਮਰਨ ਕਾਲ ਕਾ ਤਰਾਸ ਨਿਵਰੀਐ। ਇੱਕ ਜਮ ਇੱਕ ਡਰ ਸਖਤ ਵਾਰ ਜਮਦੂਤ। ਭੁੱਖ ਦਾ ਦੁੱਖ ਬਹੁਤ ਬੜਾ, ਤੇ ਇੱਕ ਵਡੇਰੇ ਦੁੱਖ ਜਿਹੜਾ ਨਾ ਉਹ ਅੰਤਲੇ ਸਮੇਂ ਦਾ ਦੁੱਖ ਹੁੰਦਾ। ਜੋ ਮਰਨ ਕਾਲ ਸਮੇਂ ਜੋ ਦੁੱਖ ਆਉਂਦਾ ਨਾ ਸਾਧ ਸੰਗਤ ਜੀ, ਉਹ ਬਹੁਤ ਵੱਡਾ ਦੁੱਖ ਹੈ। ਭਾਈ ਅਮਰਜੀਤ ਸਿੰਘ ਜੀ ਕੋਲੇ ਬੈਠੇ ਨੇ, ਤੇ ਇਹ ਇੱਕ ਕਿਸੇ ਉਹ ਜੇ ਬਣੇ ਸੰਤ ਦੀ ਗੱਲ ਦੱਸ ਰਹੇ ਸਨ, ਉਹਦਾ ਅਖੀਰਲਾ ਸਮਾਂ। ਤੇ ਆਪਾਂ ਨੂੰ ਕਿਹੜਾ ਪਤਾ ਹੈ ਕੈਸਾ ਮਰਨਾ ਹੋਏ, ਕੀ ਪਤਾ ਕੈਸਾ ਸਮਾਂ ਹੋਣਾ। ਇਹ ਤਾਂ ਪਰਮੇਸ਼ਰ ਨੂੰ ਪਤਾ ਨਾ ਵੀ ਕਿੱਥੇ ਜਾ ਕੇ ਦੇਸ਼ ਕਾਲ ਵਸਤੂ, ਤਿੰਨ ਚੀਜ਼ਾਂ ਜਿੱਥੇ ਇਕੱਤਰ ਹੋ ਜਾਈਆਂ, ਦੇਸ਼ ਕਾਲ ਵਸਤੂ, ਉੱਥੇ ਮੌਤ ਦਾ ਕਾਰਨ ਬਣ ਜਾਂਦਾ। ਉਸ ਕਾਰਨ ਨੂੰ ਮਹਾਰਾਜ ਮੁੱਖ ਰੱਖਦੇ ਪਰਮੇਸ਼ਰ ਜੀ ਫਰਮਾਨ ਕਰਦੇ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਹੇ ਵਾਹਿਗੁਰੂ ਪਰਮੇਸ਼ਰ ਜੀ, ਜਿਹੜਾ ਮਰਨ ਦਾ ਸਮਾਂ ਨਾ ਅਖੀਰਲਾ ਸਮਾਂ ਹੈ, ਜਿਹੜਾ ਉਹਦਾ ਡਰ ਦੂਰ ਕਰ ਦਿਓ। ਮਰਨ ਕਾਲ ਕਾ ਤਰਾਸ, ਤਰਾਸ ਨੂੰ ਡਰ ਨੂੰ ਕਹਿੰਦੇ ਨੇ। ਮਰਨ ਦੇ ਸਮੇਂ ਵਾਲਾ ਡਰ ਨਾ ਜਿਹੜਾ, ਕਿਸੇ ਦਾ ਮਰਨ ਨੂੰ ਜੀ ਨਹੀਂ ਕਰਦਾ ਪਹਿਲਾਂ ਤਾਂ, ਪਰ ਉਹ ਸਮਾਂ ਵੀ ਬੜਾ ਹੁੰਦਾ, ਪਤਾ ਨਹੀਂ ਕੈਸਾ ਹੋਣਾ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਜਾਚ ਸਿਖਾ ਰਹੇ ਨੇ। ਅਸੀਂ ਬੇਨਤੀਆਂ ਕਰਨੀਆਂ ਪ੍ਰਭੂ ਦੇ ਅੱਗੇ, ਪਰਮੇਸ਼ਰ ਦੇ ਅੱਗੇ, ਮਹਾਰਾਜ ਸਾਡਾ ਮਰਨ ਵਾਲੇ ਦਾ ਸਮਾਂ ਜਿਹੜਾ ਨਾ ਉਹ ਸੁਹਾਵਣਾ ਜਿਹਾ ਹੀ ਹੋਵੇ। ਪਤਾ ਨਹੀਂ ਕੈਸਾ ਹੋ ਜਾਂਦਾ। ਤੇ ਕਈ ਸਾਧੂ ਜਿਹੜੇ ਫਤਿਹ ਬੁਲਾ ਕੇ ਚੱਲ ਜਾਂਦੇ ਨੇ, ਜਿਹੜੇ ਗੁਰਮੁਖ ਪਿਆਰੇ ਨੇ ਨਾ,
ਉਹ ਪਰਮੇਸ਼ਰ ਨੂੰ ਫਤਿਹ ਬੁਲਾ ਕੇ ਚਲ ਜਾਂਦੇ ਨੇ। ਮੈਂ ਇੱਥੇ ਸਮਾਂ ਲੱਗੇਗਾ ਜ਼ਿਕਰ ਕਰ ਸਕਦਾ ਬਹੁਤੇ ਮਹਾਂਪੁਰਸ਼ਾਂ ਦਾ ਜੀਵਨ ਜਿਨ੍ਹਾਂ ਦਾ ਪੜ੍ਹਿਆ, ਉਹ ਸਹਿਜ ਸੁਭਾਵਕ ਹੀ ਫਤਿਹ ਬੁਲਾਈ ਸੰਗਤਾਂ ਨੂੰ, ਆਪਣੇ ਨਿਕਟ ਵਰਤੀਆਂ ਨੂੰ, ਗੁਰਮੁਖਾਂ ਨੂੰ, ਤੇ ਚਾਲਾ ਮਾਰਦਾ। ਉਹ ਗੱਲ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ। ਤੇ ਆਮ ਕਈਆਂ ਨੂੰ ਵਿਚਾਰਿਆਂ ਨੂੰ, ਆ ਮੈਂ ਹੁਣੇ ਜ਼ਿਕਰ ਕਰ ਰਿਹਾ ਸੀ ਪਿੱਛੇ ਜੇ ਭਾਈ ਸਾਹਿਬ ਹੋਰੀ ਬੈਠੇ ਨੇ, ਅਮਰਜੀਤ ਸਿੰਘ ਹੋਰੀ ਦੇ, ਨੇ ਮੈਨੂੰ ਦੱਸਿਆ ਉਹ ਸੰਤ ਬਣਿਆ ਸੀ ਕੋਈ, ਲੋਕਾਂ ਨੂੰ ਬ੍ਰਹਮ ਦੇ ਰਸਤੇ ਦਿਖਾਉਂਦਾ ਸੀ, ਪਰ ਸੀ ਸ਼ੁੱਧ ਨਹੀਂ ਸੀਗਾ। ਉਹਦਾ ਸਮਾਂ ਐਸਾ, ਬੜੀਆਂ ਟੂਟੀਆਂ ਟਾਟੀਆਂ ਲਾਈਆਂ ਦੇ ਨੱਕਾਂ 'ਚ, ਮੂੰਹ 'ਚ, ਪੇਟ 'ਚ, ਐਵੇਂ ਉਸ ਤੋਂ ਉਹ ਯਾਦ ਹੋਣਾ ਚਾਹੀਦਾ। ਇੱਕ ਆਮ ਕਹਾਵਤ ਹੈ, ਜੇ ਮੌਤ ਚੇਤੇ ਤੇ ਰੱਬ ਚੇਤੇ ਹੈ। ਉਸ ਗੱਲ ਨੂੰ ਯਾਦ ਕਰਾ ਰਹੇ ਨੇ ਪਾਤਸ਼ਾਹ ਮਹਾਰਾਜ ਜੀ। ਸੋ ਪਰਮੇਸ਼ਰ ਜੀ ਅੱਗੇ ਬੇਨਤੀਆਂ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਮਰਨ ਕਾਲ ਕਾ ਤਰਾਸ ਨਿਵਰੀਏ। ਉਹ ਮਰਨ ਸਮੇਂ ਦਾ ਜੋ ਸਾਡੇ ਅਖੀਰਲੇ ਸਮੇਂ ਦਾ ਜੋ ਸਰੀਰ ਨੇ ਇਥੋਂ ਪੰਜ ਭੌਤਿਕ ਛੱਡ ਕੇ ਇਹਨੇ ਚਲੇ ਜਾਣਾ, ਸਰੀਰ ਨੇ ਰਹਿ ਜਾਣਾ, ਉਸ ਮਰਨ ਕਾਲ ਦਾ ਸੱਚੇ ਪਾਤਸ਼ਾਹ ਉਸ ਸਮੇਂ ਦਾ ਜੋ ਤਰਾਸ ਹੈ, ਡਰ ਹੈ, ਉਹਨੂੰ ਦੂਰ ਹੀ ਕਰ ਦਿਓ ਜੀ। ਹੂ ਜੋ ਸਦਾ ਹਮਾਰੇ ਪੱਛਾ, ਪੱਛਾ ਹੁੰਦਾ ਪੱਖ ਵਿੱਚ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਮੇਰਾ ਸਦਾ ਲਈ, ਹੂ ਜੋ ਸਦਾ, ਸਦਾ ਲਈ ਹੈ ਮੇਰੇ ਸੱਚੇ ਪਾਤਸ਼ਾਹ ਆਪ ਜੀ ਅਕਾਲ ਪੁਰਖ ਜੀ ਸਾਡੇ ਪੱਖ ਵਿੱਚ ਖੜੇ ਹੋ ਜੋ ਜੀ। ਸ੍ਰੀ ਅਸਤੁਜ ਜੂ ਕਰੀਹੁ ਰੱਛਾ, ਅਸਤੁਜ ਨਾਮ ਹੈ ਸਾਧ ਸੰਗ ਜੀ ਤੇਗ ਦਾ, ਅਸਤੁਜ ਨਾਮ ਹੈ ਨਿਸ਼ਾਨ ਦਾ। ਅਸ ਧੁਜ, ਅਸ ਨੋ ਕਿਰਪਾਨ ਦਾ, ਧੁਜ ਨੋ ਨਿਸ਼ਾਨ ਦਾ। ਜਿਵੇਂ ਨਿਸ਼ਾਨ ਸਾਹਿਬ ਲੱਗਿਆ ਨਾ ਸਾਹਮਣੇ, ਤੇ ਜੀ ਤੇ ਖੰਡੇ ਦਾ ਜਾਂ ਕਿਰਪਾਨ ਦਾ ਨਿਸ਼ਾਨ ਹੋਵੇ, ਧੁਜ ਨੋ ਨਿਸ਼ਾਨ ਦਾ ਹੈ, ਝੰਡੇ ਦਾ ਹੈ। ਅਸ ਨੋ ਤਲਵਾਰ ਜਾਂ ਖੰਡੇ ਦਾ ਵੀ, ਅਸ ਵਹਿ ਕਿਰਪਾਨ ਦਾ। ਇਹ ਸਿਰ ਤੇ ਸ੍ਰੀ ਸਾਹਿਬ ਦਾ ਨਿਸ਼ਾਨ ਹੋਵੇ, ਧਾਰਨ ਕਰੋ। ਪਹਿਲਾਂ ਸਿੱਖ ਬਹੁਤ ਸਾਰੇ ਸਨ ਐਸੇ ਮਰਜ਼ਾਦਾ ਵਾਲੇ, ਸਿਰ ਦੇ ਵਿੱਚ ਵੀ ਸ਼ਸਤਰ ਰੱਖਣੇ, ਤੇ ਉਹ ਪਰਮੇਸ਼ਰ ਦੇ ਹਮੇਸ਼ਾ ਉਹਦੇ ਧੁਜਾ ਵਿੱਚ ਸ਼ਸਤਰ ਹੈ। ਐਸੇ ਸ੍ਰੀ ਅਸਤੁਜੂ ਸੱਚੇ ਪਾਤਸ਼ਾਹ ਸ੍ਰੀ ਅਸਤੁਜੂ, ਹੇ ਤਲਵਾਰ ਦੇ ਨਿਸ਼ਾਨ ਵਾਲੇ ਪ੍ਰਭੂ ਜੀਓ, ਹਮੇਸ਼ਾ ਲਈ ਮੇਰੀ ਰਕਸ਼ਾ ਕਰਨਾ ਕਰੋ ਜੀ। ਪ੍ਰਥਮੇ ਖੰਡਾ ਸਾਜ ਕੇ ਜਨ ਸਭ ਸਾਰੋ ਪਾਇਆ, ਰਾਖ ਲਿਹੋ ਮੋਹਿ ਰਾਖਨ ਹਾਰੇ। ਇਹ ਰੱਖਣ ਵਾਲੇ ਪ੍ਰਭੂ ਹਮੇਸ਼ਾ ਹੀ ਮੈਨੂੰ ਰੱਖ ਲਵੋ ਜੀ। ਰੱਖ ਲੈ, ਰੱਖ ਲੈ, ਰੱਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰ ਉਬਰੈ ਤੇ ਤੈ ਲਿਹੋ ਉਬਾਰ। ਹਮੇਸ਼ਾ ਲਈ ਸੱਚੇ ਪਾਤਸ਼ਾਹ ਮੇਰੀ ਰਕਸ਼ਾ ਕਰੋ ਜੀ। ਸਾਹਿਬ ਸੰਤ ਸਹਾਏ ਪਿਆਰੇ। ਤੂੰ ਸਾਹਿਬ ਹੈ ਸਭ ਦਾ, ਸਭ ਤੋਂ ਵੱਡਾ ਉੱਚਾ ਸਾਹਿਬ। ਸੰਤ, ਸੰਤਾਂ ਦਾ ਸਾਹਿਬ ਹੈ ਤੂੰ। ਤੂੰ ਗੁਰਮੁਖਾਂ ਦਾ, ਪ੍ਰੇਮੀਆਂ ਦਾ ਸਾਹਿਬ ਹੁੰਦਾ, ਰਕਸ਼ਾ ਕਰਨ ਵਾਲਾ ਸਭ ਤੋਂ ਵੱਡਾ ਸਾਹਿਬ ਸੰਤ। ਤੂੰ ਸੰਤਾਂ ਦਾ ਸਾਹਿਬ ਹੈ, ਸੰਤਾਂ ਦਾ ਮਾਲਕ ਹੈ। ਸਾਹਿਬ ਸੰਤ ਸਹਾਏ ਪਿਆਰੇ, ਹੀ ਪਿਆਰੇ ਤੂੰ ਹਮੇਸ਼ਾ ਲਈ ਸਾਹਿਬ ਹੈ, ਸੰਤਾਂ ਦੀ ਸਹਾਇਤਾ ਕਰਨੇ ਵਾਲਾ ਹੈ। ਸੰਤਾਂ ਦਾ ਪਿਆਰਾ ਹੈ ਪ੍ਰਭੂ। ਅੱਗੇ ਬਚਨ ਆਉਣਗੇ, ਸੰਤਨ ਦੁੱਖ ਪਾਏ ਤੇ ਦੁਖੀ। ਸਾਹਿਬ ਸੰਤ ਸੰਤਾਂ ਦਾ ਸਹਾਇਕ ਹੈ। ਨਾਨਕ ਸੰਤ ਸੰਤ ਹਰੇ ਕੋ, ਸੰਤ ਅਨੰਤ ਅੰਤਰ ਨਾਹੀ। ਅਨੰਤ ਨਾਮ ਪਰਮੇਸ਼ਰ ਦਾ, ਜਿਹੜਾ ਅਨੰਤ ਹੈ ਤੇ ਸੰਤ ਹੈ ਉਹਦੇ ਵਿੱਚ ਅੰਤਰ ਨਹੀਂ ਹੈ। ਸਾਹਿਬ ਕਮਾਲ ਜੀ ਆਪਣੀ ਮੁਬਾਰਕ ਬਾਣੀ ਵਿੱਚ ਫਰਮਾਨ ਕਰਦੇ ਨੇ, ਹਰ ਹਰ ਜਨ ਦੀ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਪਰਮੇਸ਼ਰ ਪ੍ਰਭੂ ਸੰਤਾਂ ਦਾ ਪਿਆਰਾ ਸਾਹਿਬ ਸੰਤ। ਤੂੰ ਸੰਤਾਂ ਦਾ ਸਾਹਿਬ ਹੈ, ਸਹਾਏ ਪਿਆਰੇ, ਹੀ ਪਿਆਰੇ ਮੇਰੀ ਸਹਾਇਤਾ ਕਰਨੀ ਕਰੋ। ਦੀਨ
ਬੰਦ ਦੁਸ਼ਟਨ ਕੇ ਹੰਤਾ। ਤੂੰ ਸੰਤਾਂ ਦਾ ਸਾਹਿਬ ਹੈ, ਪਿਆਰਾ ਹੈ, ਤੇ ਦੀਨ ਬੰਦ। ਦੀਨ ਦਾ ਅਰਥ ਗਰੀਬ ਵੀ ਹੁੰਦਾ ਹੈ, ਦੀਨ ਦਾ ਅਰਥ ਧਰਮੀ ਵੀ ਹੁੰਦਾ ਹੈ। ਤੂੰ ਧਰਮੀਆਂ ਦਾ ਪਿਆਰਾ ਹੈ, ਬੰਧੂ ਹੈ, ਨਿਕਟਵਰਤੀ ਹੈ। ਤੇ ਗਰੀਬ, ਗਰੀਬਾਂ ਦਾ ਪਿਆਰਾ ਹੈ, ਗਰੀਬੀ ਧਾਰਨ ਕਰਨੀ, ਨਿਰਹੰਕਾਰ ਹੋਣਾ। ਇਹ ਧਿਆਨ ਰੱਖਣ ਵਾਲੀਆਂ ਬਾਤਾਂ ਨੇ ਸਾਧ ਸੰਗਤ ਜੀ। ਮਨ ਕਰਕੇ ਗਰੀਬ ਹੋ ਜਾਣਾ, ਭਾਵੇਂ ਸਰੀਰਕ ਤੌਰ ਤੇ ਸਾਡੇ ਤੇ ਬਹੁਤ ਪਦਾਰਥ ਹੋਣ ਕੋਲ, ਬਹੁਤ ਧਨ ਹੋਵੇ, ਨਹੀਂ 4 ਕੌਡੀਆਂ ਹੋਣ ਤੇ ਅਹੰ ਪਹਾਵਾ ਆ ਜਾਂਦਾ ਹੈ। ਉਹ ਵਿਚਾਰੇ ਜਿਹੜੇ ਸੰਗਤ ਨਹੀਂ ਕਰਦੇ ਨਾ, ਉਹਨਾਂ ਦੇ ਕਈ ਬੜੇ ਬੜੇ ਗੁਰਮੁਖਾਂ ਦੇ ਚੰਗੇ ਕਾਰੋਬਾਰ ਵਾਲਿਆਂ ਦੇ ਦਰਸ਼ਨਦਾਰੇ ਕੀਤੇ ਨੇ, ਮੇਲ ਮਿਲਾਪ ਵੀ ਹੁੰਦਾ ਰਹਿੰਦਾ, ਤੇ ਨਿਮਰਤਾ ਦੀ ਵੀ ਹੱਦ ਹੀ ਹੈ। ਨਿਮਰਤਾ ਦੇ ਵੀ ਹੱਦ ਹੁੰਦੇ ਨੇ, ਪਰ ਉਹ ਨਿਮਰਤਾ ਧਾਰਨ ਕਰਨੀ। ਦੀਨ ਬੰਦ, ਦੀਨ ਨਾਮ ਧਰਮੀ ਲੋਕਾਂ ਦਾ ਹੈ, ਦੀਨ ਨਾਮ ਗਰੀਬ ਦਾ ਵੀ ਹੈ। ਦੁਖਿਆਰੇ ਦਾ ਨਾਮ ਵੀ ਦੀਨ, ਉਹ ਬੜਾ ਦੀਨ ਹੈ ਬਈ। ਜਾਂ ਦੀਨ ਕਾ ਹੈ ਦੀਨਨ ਕੀ ਪ੍ਰਤਪਾਲ ਕਰਨ ਸੰਤ ਉਬਾਰ ਗਨੀਮਨ ਗਾਰ ਹੈ। ਦੀਨਨ ਕੀ ਪ੍ਰਤਪਾਲ ਕਰਨ ਸੰਤ ਉਬਾਰ ਗਨੀਮਨ ਅੰਗਾਰ ਹੈ। ਪਸ ਪਸੂ ਨਗ ਨਾਗ ਨਰਾਧ ਸਰਬ ਸਮੈ ਸਭ ਕੋ ਪ੍ਰਤਪਾਰ ਹੈ। ਪੁਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਦੀਨ ਬੰਦ, ਬੰਦ ਹੁੰਦਾ ਬੰਧੂ, ਰਿਸ਼ਤੇਦਾਰ, ਭਰਾ ਦਾ ਅਰਥ ਵੀ ਆਉਂਦਾ। ਸੱਚੇ ਪਾਤਸ਼ਾਹ ਦੀਨਾਂ ਦਾ ਤੂੰ ਬੰਧੂ ਹੈ, ਦੀਨਾਂ ਦਾ ਨਿਕਟਵਰਤੀ ਹੈ। ਦੀਨ ਦਾ ਫਿਰ ਮੈਂ ਬੇਨਤੀ ਕਰਦਾ, ਯਾਦ ਰੱਖੋ ਦੀਨ ਦੇ ਅਰਥ ਹੈ ਕਿ ਧਰਮੀ ਹੁੰਦਾ, ਧਰਮਕ ਹੋ ਜਾਣਾ, ਦੀਨ ਦੇ ਵਿੱਚ ਪੱਕਾ ਪਾਈ। ਇਹ ਗਰੀਬ ਦਾ ਨਾਮ, ਗਰੀਬੀ ਧਾਰਨ ਕਰਨੀ ਮਨ ਕਰਕੇ। ਤੇ ਸ਼ੇਰ ਕਿਹੜੀ ਗੱਲ ਆ, ਪਰਮੇਸ਼ਰ ਸਹਾਇਤਾ ਨਾ ਕਰੇ, ਫਿਰ ਦੀਨਾਂ ਦੀ ਪ੍ਰਤਪਾਲ ਕਰਦਾ ਪਰਮੇਸ਼ਰ। ਹੇ ਵਾਹਿਗੁਰੂ, ਤੂੰ ਦੀਨ ਬੰਦ, ਤੂੰ ਦੀਨਾਂ ਦਾ ਬੰਧੂ ਹੈ ਤੇ ਦੁਸ਼ਟਾਂ ਕਾ ਹੰਤਾ ਨਾਸ਼ ਕਰਨੇ ਵਾਲਾ ਹੈ। ਤੁਮ ਹੋ ਪੁਰੀ ਚਤੁਰ 10 ਕੰਤਾ। ਚਤੁਰ 10 ਕੰਤਾ, 14 ਪੁਰੀਆਂ, ਚਤੁਰ ਤੇ 10 ਭਾਵ ਸਾਰੇ ਹੀ ਬ੍ਰਹਮੰਡ ਦਾ ਤੂੰ ਕਰਤਾ ਹੈ, ਕਰਨਾ ਬਣਾਣੇ ਵਾਲਾ ਹੈ। ਕਾਲ ਪਾਏ ਬ੍ਰਹਮਾ ਬਪ ਧਰਾ। ਸੱਚੇ ਪਾਤਸ਼ਾਹ ਅੱਗੇ ਇਹ ਰਚਨਾ ਦੱਸਦੇ ਨੇ ਸੰਸਾਰ ਦੀ, ਤੇ ਕਾਲ ਦਾ ਇੱਥੇ ਅਰਥ ਸਮਾਂ ਵੀ ਤੇ ਅਕਾਲ ਪੁਰਖ ਵੀ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ, ਤੂੰ ਇਹ ਖੰਡਾ ਬ੍ਰਹਮੰਡਾਂ ਦਾ ਮਾਲਕ ਹੈ, ਤੇ ਤੇਰੇ ਹੁਕਮ ਨਾਲ ਹੀ ਸਾਰੀ ਸਾਜਨਾ ਹੋਈ ਹੈ, ਤੇ ਤੇਰੇ ਨਾਲ ਹੀ ਜਿਹੜੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਈ ਦੀ ਬਾਣ, 3 ਦੇਵਤੇ ਆ ਸੰਸਾਰ ਦੀ ਕਾਰ ਚਲਾਣੇ ਵਾਲੇ, ਉਹ ਵੀ ਤੇਰੇ ਹੁਕਮ ਵਿੱਚ ਹੀ ਆਏ ਨੇ। ਅੱਗੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਹਨ, ਪੜ੍ਹੋ ਜੀ ਫੇਰ। ਕਾਲ ਪਾਏ ਬ੍ਰਹਮਾ ਬਪ ਧਰਾ। ਹੇ ਵਾਹਿਗੁਰੂ ਜੀ, ਹੇ ਅਕਾਲ ਪੁਰਖ ਜੀ, ਆਪ ਦਾ ਹੁਕਮ ਪਾ ਕੇ ਹੀ ਬ੍ਰਹਮਾ ਜੀ ਨੇ ਬਪ ਧਰਾ, ਸਰੀਰ ਧਾਰਨ ਕੀਤਾ। ਬ੍ਰਹਮਾ ਬਪ ਧਰਾ, ਬ੍ਰਹਮਾ 4 ਵੇਦਾਂ ਦੇ ਉਚਾਰਨ ਵਾਲੇ ਹੋਏ ਨੇ। 3 ਦੇਵਤੇ ਨੇ ਸੰਸਾਰ ਨੂੰ ਚਲਾਉਣ ਵਾਲੇ, ਬ੍ਰਹਮਾ, ਵਿਸ਼ਨੂੰ, ਸ਼ਿਵ ਜੀ। ਤੇ ਨਿਤ ਤੁਸੀਂ ਅੰਮ੍ਰਿਤ ਬਾਣੀ ਸ੍ਰੀ ਜਪਜੀ ਸਾਹਿਬ ਵਿੱਚ ਪਾਠ ਕਰਦੇ ਹੋ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਪਰ ਜਿਵ ਤਿਸ ਭਾਵੈ ਤਵੈ ਚਲਾਵੈ, ਜਬ ਹੋਵੈ ਫੁਰਮਾਨ। ਉਹ ਵੇਖਾ ਹੈ, ਉਹ ਵਾਹਿਗੁਰੂ ਇਹਨਾਂ ਨੂੰ ਵੇਖ ਰਿਹਾ, ਬਣਾ ਰਿਹਾ, ਇਹਨਾਂ ਨੂੰ ਬਣਾਏ ਜਾਂਦੇ ਆ। ਉਹ ਵੇਖਾ ਹੈ, ਉਹਨਾਂ ਨਜ਼ਰ ਨਾ ਆਵੇ ਪਰ ਇਹਨਾਂ ਨੂੰ ਦਿਸਦਾ ਨਹੀਂ। ਉਹ ਵੇਖਾ, ਉਹਨਾਂ ਨਜ਼ਰ ਨਾ ਆਵੇ, ਬਹੁਤ ਆਏ ਹੋ ਵਿਡਾਣਾ। ਚੱਜਦਾ ਦੀ ਗੱਲ ਤਾਂ ਇਹੋ ਹੀ ਹੈ। ਉਸ ਪਰਮੇਸ਼ਰ ਨੇ ਵਾਹਿਗੁਰੂ ਕਾਲ ਪਾਏ ਬ੍ਰਹਮਾ ਬਪ ਧਰਾ। ਇਹ ਅਕਾਲ ਪੁਰਖ ਜੀ, ਆਪ ਦਾ ਹੁਕਮ ਪਾ ਕੇ ਹੀ ਬ੍ਰਹਮਾ ਜੀ ਨੇ ਸਰੂਪ ਧਾਰਨ ਕੀਤਾ। ਕਾਲ ਪਾਏ ਸ਼ਿਵ ਜੂ ਅਵਤਾਰਾ। ਤੇ ਕਾਲ, ਅਕਾਲ ਪੁਰਖ ਦਾ ਹੁਕਮ ਪਾ ਕੇ ਹੀ, ਵਾਹਿਗੁਰੂ ਆਪ ਦਾ ਹੁਕਮ ਪਾ ਕੇ ਹੀ, ਆਪ ਦੇ ਹੁਕਮ ਅਨੁਸਾਰ ਹੀ
शिवजू अवतारा, शिव जी ने अवतार धारण किया, शिवां दी पैदाइश हुई है। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ। ਤੇ ਕਾਲ ਵਾਹਿਗੁਰੂ ਦਾ ਹੁਕਮ ਪਾ ਕੇ, ਪਰਮੇਸ਼ਰ ਜੀ ਤੁਹਾਡਾ ਹੁਕਮ ਪਾ ਕੇ ਹੀ ਤਾਂ ਵਿਸ਼ਨ ਪ੍ਰਕਾਸ਼ਾ, ਵਿਸ਼ਨੂੰ ਜੀ ਦਾ ਪ੍ਰਕਾਸ਼ ਹੋਇਆ ਹੈ, ਅਵਤਾਰ ਧਾਰਨ ਕੀਤਾ, ਇਹਨਾਂ ਦੀ ਪੈਦਾਇਸ਼ ਹੋਈ ਸਾਰੇ ਤਿੰਨੇ ਦੇਵਤਿਆਂ ਦੀ। ਸਕਲ ਕਾਲ ਕਾ ਕੀਆ ਤਮਾਸ਼ਾ। ਪਰ ਇਹ ਗੱਲ ਕਹਿ ਦਈਏ ਸਾਰਾ ਤਮਾਸ਼ਾ ਕਾਲ ਪੁਰਖ ਦਾ ਹੀ, ਵਾਹਿਗੁਰੂ ਦਾ ਹੀ ਹੈ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੀ ਬਾਣੀ ਵਿੱਚ ਲਿਖਦੇ ਨੇ ਵੀ ਸੰਸਾਰਿਕ ਤਮਾਸ਼ਾ ਹੀ ਹੈ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਸੰਸਾਰਿਕ ਤਮਾਸ਼ਾ ਹੀ ਹੈ। ਵਾਹ ਜੀ। काल पाए ब्रह्म अवतारा, काल पाए शिवजी अवतारा, काल का पाए कर बिशन प्रकाशा। सकल काल का किया तमाशा। ये काल पुरख की सारी रचना एक उदा नाटक ही है जी सारा। जवन काल जोगी शिव कियो। जिस काल ने, जिस काल पुरख ने जोगी शिव कियो, शिव जी नू जोगी बना दिता, समाधि वाला बना दिता, फकीर बना दिता। ऐसा हो परमेश्वर जी है। वेद राज ब्रह्मा जू थियो। ड्यूटियां भी लातियां ना। ते ब्रह्मा जी नू वेद राज बनाता, वेदा दे उचारण वाला बना दिता है। वो परमेश्वर ने ऐसी रचना रची है। जवन काल सब लोक सवारा। जिस परमेश्वर ने सारे संसार दी रचना की, ਸਵਾਰਿਆ ਸਾਰੇ ਜਗਤ ਨੂੰ, ਜਿਨ੍ਹਾਂ ਸਾਰੀ ਰਚਨਾ ਕੀਤੀ ਹੈ। ਸੁਖਮਨੀ ਸਾਹਿਬ ਦੇ ਵਿੱਚ ਤੁਸੀਂ ਪੜ੍ਹ ਕੇ ਗਏ ਹੋ ਨਾ, ਸੁਖਮਨੀ ਸਾਹਿਬ ਦਾ ਪਾਵਨ ਪਵਿੱਤਰ ਬਚਨ ਹੈ, ਉਹ ਸਾਰੇ ਵੀ ਜਿਸ ਪ੍ਰਕਾਰ ਹੈ ਸਾਰੀ ਰਚਨਾ ਹੋਈ ਆ, ਸਰਸੀਰ ਦੀ ਬਣਤਰ ਹੋਈ ਆ, ਸਾਰੀ ਦੱਸੀ ਮਹਾਰਾਜ ਨੇ। ਇਹ ਆਨਿਆ ਉਹ ਮੈਨੂੰ ਕਈ ਵਿਸਰ ਜਾਂਦੀ ਗੱਲ। ਉਹ ਦੂਜੀ ਅਸ਼ਟਪਦੀ ਹੈ ਮੇਰਾ ਖਿਆਲ, ਦੂਸਰਾ ਸ਼ਲੋਕ ਉਹਦੇ ਚ ਆਉਂਦਾ। ਚਲੋ ਫਿਰ ਉਹ ਸਾਰੀ ਰਚਨਾ ਪਰਮੇਸ਼ਰ ਦੀ ਸਾਰੀ। ਆ ਪੰਕਤੀ ਪੜ੍ਹੋ। ਜਵਨ ਕਾਲ ਸਭ ਲੋਕ ਸਵਾਰਾ। ਜਿਸ ਪਰਮੇਸ਼ਰ ਨੇ ਸਾਰੇ 14 ਭਵਨਾਂ ਦੀ ਰਚਨਾ ਰਚੀ ਹੈ। ਨਮਸਕਾਰ ਹੈ ਤਾਹੇ ਹਮਾਰਾ। ਉਸ ਪਰਮੇਸ਼ਰ ਨੂੰ ਮੇਰੀ ਹਮੇਸ਼ਾ ਲਈ ਨਮਸਕਾਰ ਹੋਵੇ, ਨਮਸਕਾਰ ਹੋਵੇ ਜੀ। ਜਵਨ ਕਾਲ ਸਭ ਜਗਤ ਬਨਾਇਓ। ਜਿਸ ਪਰਮੇਸ਼ਰ ਜੀ ਨੇ ਸਾਰੇ ਸੰਸਾਰ ਦੀ ਰਚਨਾ ਰਚੀ ਹੈ। ਦੇਵ ਦੈਤ ਜਛਨ ਉਪਜਾਇਓ। ਦੇਵਤੇ ਪੈਦਾ ਕੀਤੇ, ਦੈਂਤ ਪਿਤਾ ਪੈਦਾ ਕੀਤੇ, ਤੇ ਜੱਛਾਂ ਦੀ ਪੈਦਾਇਸ਼ ਕੀਤੀ ਜਿਸ ਪਰਮੇਸ਼ਰ ਜੀ ਨੇ। ਆਦ ਅੰਤ ਏਕੈ ਅਵਤਾਰਾ। ਉਹ ਆਪ ਕੀ ਆ, ਆਦ ਤੋਂ ਅੰਤ ਲੈ ਕੇ ਇੱਕੋ ਇੱਕ ਸਰੂਪ ਹੈ। ਜਿਹਦਾ ਆਪਾਂ ਜਾਪ ਕਰਦੇ ਨਾ, ਉਹ ਵੇਖਿਆ ਉਹਨਾਂ ਨਜ਼ਰ ਨਾਲ। ਵੇਖੋ ਜਪਜੀ ਸਾਹਿਬ ਦਾ ਵੀ ਉਹੀ ਭਾਵ ਆ, ਤੇ ਸ੍ਰੀ ਚੌਪਈ ਸਾਹਿਬ ਭਾਵ ਆਦ ਬਾਣੀ ਦਾ, ਦਸਮ ਬਾਣੀ ਦਾ। ਉਹ ਵੇਖਿਆ ਉਹਨਾਂ ਨਜ਼ਰ ਨਾਲ ਦਿਸਦਾ ਨਹੀਂ। ਉਹ ਸੰਸਾਰ ਰਚਨਾ ਰਚੀ ਜਾਂਦਾ, ਦੇਵਤਿਆਂ ਦੀ ਰਚਨਾ ਰਚੀ। ਆਦ ਅੰਤ ਇੱਕ ਅਵਤਾਰਾ। ਉਹ ਆਦ ਤੋਂ ਲੈ ਕੇ ਅੰਤ ਤੱਕ ਇੱਕੋ ਇੱਕ ਸਰੂਪ ਹੈ, ਇੱਕ ਓੰਕਾਰ। ਉਹ ਇੱਕ ਸਰੂਪ ਹੈ ਐਸਾ ਜੋ ਪਰਮੇਸ਼ਰ ਜੀ। ਸੋਈ ਗੁਰੂ ਸਮਝਿਓ ਹਮਾਰਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹੈ ਭਾਈ ਸਮਝ ਲਓ, ਉਹ ਗੁਰੂ ਮੇਰਾ ਅਕਾਲ ਪੁਰਖ ਆ ਜੋ ਉਹ ਵੇਖਿਆ ਉਹਨਾਂ ਨਜ਼ਰ ਨਾਲ, ਜੋ ਇਹਨਾਂ ਦੀ ਰਚਨਾ ਦਾ ਰਚਦੀ। ਉਹਨੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਪਰ ਇਹਨਾਂ ਤੋਂ ਅਲੱਗ ਹੈ, ਅਸੰਗ ਹੈ। ਉਹ ਮੇਰਾ ਗੁਰੂ ਹੈ। ਸੋਈ ਗੁਰੂ ਸਮਝਿਓ ਹਮਾਰਾ। ਉਹ ਅਕਾਲ ਪੁਰਖ ਪਰਮੇਸ਼ਰ ਜੋ ਸਾਰੇ ਪਹਿਲਾਂ ਇਹਨਾਂ ਦੇਵਤਿਆਂ ਦੀ ਪੈਦਾਇਸ਼ ਕੀਤੀ, ਫਿਰ ਇਹਨਾਂ ਨੂੰ ਸੰਸਾਰ ਦੀ ਰਚਨਾ ਵਿੱਚ ਲਾਇਆ। ਐਸਾ ਮੇਰਾ ਗੁਰੂ ਹੈ। ਸੋਈ ਗੁਰੂ ਸਮਝੀ ਹੋ। ਉਹ ਮੇਰਾ ਗੁਰੂ ਸਮਝਣਾ ਕਰੋ ਭਾਈ।
ਨਮਸਕਾਰ ਤਿਸ ਹੀ ਕੋ ਹਮਾਰੀ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੇਰੀ ਹਮੇਸ਼ਾ ਲਈ ਨਮਸਕਾਰ ਹੈ, ਨਮਸਕਾਰ ਹੈ। ਜਾਪ ਸਾਹਿਬ ਸਾਧ ਸੰਗ ਜੀ ਪੜ੍ਹਨਾ ਕਰੀਏ, ਉਹ ਨਮਸਕਾਰਾਂ ਹੀ ਆ ਪਰਮੇਸ਼ਰ ਨੇ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਭੰਜੇ, ਨਮਸਤੰ ਅਕਰਮੰ, ਨਮਸਤੰ ਧਰਮੰ, ਨਮਸਤੰ ਅਨਾਮੰ, ਨਮਸਤੰ ਧਾਮੰ। ਸਾਰੀਆਂ ਨਮਸਕਾਰਾਂ ਹੀ ਨੇ। ਜਿਹੜਾ ਉਹ ਗੁਰੂ ਹੈ ਪਰਮੇਸ਼ਰ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਉਸਨੂੰ ਮੇਰੀ ਨਮਸਕਾਰ ਹੋਵੇ, ਨਮਸਕਾਰ ਹੋਵੇ। ਸਕਲ ਪ੍ਰਜਾ ਜਿਨ ਆਪ ਸਵਾਰੀ। ਕਿਸ ਨੂੰ ਨਮਸਕਾਰ ਹੈ? ਜਿਹਨੇ ਸਾਰੀ ਪ੍ਰਜਾ ਆਪ ਪਹਿਲਾਂ ਪੈਦਾਇਸ਼ ਕੀਤੀ ਆ ਤੇ ਫਿਰ ਉਹਦਾ ਸੰਭਾਲਣਾ ਕੀਤੀ ਆ। ਪੈਦਾਇਸ਼ ਤਾਂ ਕਰਤੀ ਤੇ ਸੰਭਾਲਣਾ ਵੀ ਕਰਨੀ ਆ ਨਾ। ਸਗਲ ਪ੍ਰਜਾ ਜਿਹਨੇ ਆਪ ਸਵਾਰੀ, ਜਿਹਨੇ ਸਾਰੀ ਪ੍ਰਜਾ ਸਵਾਰਨਾ ਕੀਤੀ ਹੈ, ਉਹ ਮੇਰਾ ਗੁਰੂ ਹੈ, ਉਸਨੂੰ ਮੇਰੀ ਨਮਸਕਾਰ ਹੋਵੇ। ਸਿਵਕਨ ਕੋ ਸਿਵ ਗੁਣ ਸੁਖ ਦਿਓ। ਉਹ ਪਰਮੇਸ਼ਰ ਕੈਸਾ ਹੈ? ਸਿਵਕਨ ਕੋ ਸਭ ਗੁਣ ਸੁਖ ਦਿਓ। ਆਪਣੇ ਸੇਵਕਾਂ ਨੂੰ 100 ਗੁਣਾ ਸੁਖ ਦੇਣੇ ਵਾਲਾ ਹੈ। ਸਿਵਕਨ ਕੋ ਸਭ ਗੁਣ ਸੁਖ ਦਿਓ। 100 ਗੁਣਾ ਭਾਵ ਕਹਿੰਦੇ 100% ਜਿਹਨੂੰ ਤੁਸੀਂ ਕਹਿ ਦਿੰਦੇ ਅੱਜ ਕੱਲ, ਹਮੇਸ਼ਾ ਸੁਖ ਦੇਣ ਵਾਲਾ ਪਰਮੇਸ਼ਰ ਹੈ ਉਹ। ਪਰ ਗੱਲ ਤਾਂ ਸਾਨੂੰ ਸੇਵਕ ਬਣਾ ਲਵੇ ਆਪ ਤੇ। ਫਿਰ ਸੇਵਕ ਬਣ ਗਏ ਨਾ, ਉਹਨਾਂ ਨੂੰ ਸਭ ਗੁਣ 100 ਗੁਣਾ ਹੀ ਸੁਖ ਬਖਸ਼ਣੇ ਵਾਲਾ ਹੈ। ਮੈਂ ਨਾਲ ਨਾਲ ਪਾਠ ਦੱਸਦਿਆਂ ਗੁਰਮੁਖ ਪਿਆਰੇ ਸਮਝ ਵਾਲੇ ਬੈਠੇ ਨੇ ਤੇ ਸੰਗਤ ਦੀ ਵੀ ਇਕਾਗਰਤਾ ਬਣੀ ਹੋਈ ਹੈ। ਇਹ ਪਾਠ ਡਬਲ ਹੈ, ਗਿਆਨੀ ਜੀ ਧਿਆਨ ਰੱਖੋ। ਇੱਕ ਪਾਠ ਸਿਵਕਨ ਕੋ ਸਭ ਗੁਣ ਸੁਖ ਦਿਓ, ਇੱਕ ਦੂਸਰਾ ਪਾਠ ਸਿਵਕਨ ਕੋ ਸਿਵ ਗੁਣ ਸੁਖ ਦਿਓ। ਇਹ ਵੀ ਪਾਠ ਚੌਪਈ ਸਾਹਿਬ ਚ ਤੁਸੀਂ ਗੁਟਕੇ ਸਾਹਿਬਾਂ ਚ ਦਰਸ਼ਨ ਕੀਤੇ ਹੋਣਗੇ। ਸਿਵਕਨ ਕੋ ਸਭ ਗੁਣ ਸੁਖ ਦਿਓ, ਸਿਵਕਨ ਕੋ ਸਿਵ ਗੁਣ ਸੁਖ ਦਿਓ। ਤੇ ਅਰਥ ਵੀ ਵੱਖ ਵੱਖ ਨੇ। ਮੈਂ ਬੇਨਤੀ ਕਰਾਂਗਾ, ਆਪਣੇ ਸੇਵਕਾਂ ਨੂੰ 100 ਗੁਣਾ ਹੀ ਸੁਖ ਬਖਸ਼ਣੇ ਵਾਲਾ ਹੈ ਵਾਹਿਗੁਰੂ। ਤੇ ਦੂਸਰਾ ਭਾਵ ਆ ਸਿਵਕਨ ਕੋ ਸਿਵ ਗੁਣ ਸੁਖ ਦਿਓ। ਆਪਣੇ ਸੇਵਕਾਂ ਨੂੰ, ਸ਼ਸਤਰਧਾਰੀ ਖਾਲਸੇ ਨੂੰ ਸਿਵ ਗੁਣ, ਸ਼ਿਵ ਜੀ ਵਾਲੇ ਗੁਣ ਵੀ ਬਖਸ਼ਣੇ ਵਾਲਾ। ਸ਼ਸਤਰ ਸਾਰਿਆਂ ਦੇ ਖੰਡੇ ਫੌਜਾਂ ਆਈਆਂ ਨੇ ਤਿਆਰ ਪਰ ਤਿਆਰ, ਇਹ ਵੀ ਗੁਣ ਦਿੰਦਾ। ਤੇ ਸ਼ਿਵ ਜੀ ਦਾ ਗੁਣ ਕਿਹੜਾ ਹੈ? ਇੱਕ ਸੰਸਾਰੀ, ਇੱਕ ਸੰਸਾਰ ਨੂੰ ਪੈਦਾਇਸ਼ ਕਰਨੇ ਵਾਲਾ ਦੇਵਤਾ, ਇੱਕ ਭੰਡਾਰੀ ਉਹਦੀ ਪਾਲਣਾ ਪੋਸ਼ਣਾ ਕਰਨੇ ਵਾਲਾ, ਤੇ ਤੀਸਰਾ ਕਿਹੜਾ? ਇੱਕ ਲਾਏ ਦੀ ਬਾਣ ਲੈਤਾ ਕਰਨੇ ਵਾਲਾ। ਉਹ ਸ਼ਿਵ ਜੀ ਦੇ ਗੁਣ ਲੈਤਾ ਕਰ ਦੇਣਾ, ਖਤਮ ਹੀ ਕਰ ਦੇਣਾ ਸੰਸਾਰ ਨੂੰ ਸੰਘਾਰ। ਤੇ ਖਾਲਸੇ ਨੂੰ ਵੀ ਗੁਣ ਬਖਸ਼ਿਸ਼ ਕੀਤਾ। ਸਿਵਕਨ ਕੋ ਸਿਵ ਗੁਣ ਸੁਖ ਦਿਓ। ਇਹ ਅਕਾਲ ਪੁਰਖ ਆਪਣੇ ਸੇਵਕਾਂ ਨੂੰ ਸ਼ਿਵ ਵਾਲੇ ਗੁਣ, ਲੈਤਾ ਕਰਨ ਵਾਲੇ ਗੁਣ ਵੀ ਦਿੱਤੇ ਨੇ। ਖੰਡਾ ਨਾਲ ਹੀ ਹੁੰਦਾ, ਜਿਹਦੇ ਸ਼ਾਸਤਰ ਨਾਮੰ ਨਮਸਕਾਰ ਤਾਮੰ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰਤੀਰ, ਸਾਹਿਬ ਸਰੋਹੀ ਸਹਿਤੀ ਯਹ ਹਮਾਰਾ ਪੀਰ। ਸ਼ਸਤਰ ਪੀਰ ਪੂਜਨੇ ਕਾ ਗਾਤਰੇ ਦੱਸਦਾ ਨਾ ਖਾਲਸਾ। ਤੇ ਸ਼ਿਵ ਗੁਣ ਵੀ, ਇਹਨੂੰ ਸ਼ਿਵ ਗੁਣ, ਸੰਘਾਰ ਕਰਨ ਵਾਲੇ ਗੁਣ ਵੀ ਆਪਣੇ ਸੇਵਕਾਂ ਨੂੰ ਤੂੰ ਬਖਸ਼ਣੇ ਵਾਲਾ ਹੈ। ਪਰ ਪਹਿਲਾ ਪਾਠ ਹੋਈ ਸਿਵਕਨ ਕੋ ਸਭ ਗੁਣ ਸੁਖ ਦਿਓ ਹੀ ਪਾਠ ਕਰਨਾ ਸੀ ਪਹਿਲਾਂ। ਤੇ ਇਹ ਪਾਠ ਬਹੁਤ ਸਮੇਂ ਪਾਠ ਦੱਸਣੇ ਪੈਂਦੇ ਨੇ, ਭਲੇ ਵੀ ਦੱਸਣਾ ਪਾਠ ਹੀ ਕਰਨਾ। ਸਿਵਕਨ ਕੋ ਸਭ ਗੁਣ ਸੁਖ ਦਿਓ, ਆਪਣੇ ਸੇਵਕਾਂ ਨੂੰ ਹਮੇਸ਼ਾ ਹੀ ਸੈਂਕੜੇ ਗੁਣ ਬਖਸ਼ਣੇ ਵਾਲਾ ਹੈ ਤੂੰ ਵਾਹਿਗੁਰੂ ਪਰਮੇਸ਼ਰ ਜੀਓ। ਸਤਰਨ ਕੋ ਪਲ ਮੋ ਬਦ ਕੀਓ। ਸੱਤਰ ਜਿਹੜੇ ਵੈਰੀ ਆ, ਦੁਸ਼ਟ ਨੇ, ਦੁਸ਼ਮਣ ਨੇ, ਉਹਨੂੰ ਪਲ ਵਿੱਚ ਹੀ
बध करने वाला है तू, नाश करने वाला है। हे अकाल पुरख वाहिगुरु जी। साध संग जी समा अपना हो गया, 8:15 हो गए ने। पता कितने होए? 10। ते मेरा ख्याल जो हुक्म होवे तो समाप्ति कर देगी। समा हो गया करनी जी, महाराज की सेवा ही करनी है ना। समा हो गया। आप संगतां ने बहुत एकाग्रता बनाई, तुहाडी एकाग्रता देख के जी करदा भी होर समा ला लगे, परंतु जिहड़ी महाराज की मर्यादा वो भी जरूरी है। गुरु पातशाह की सेवा करनी है, महाराज ने अपने सुख हसना ते जाना है। आप जी नूं समा बहुत हाजरियां भरदन होया, पहला रहरास साहिब दे अमृत बाणी दे पाठ होए, फिर कीर्तन होया, फिर कथा। आप संगतां ने किरपालता कीती है, हाजरियां भरियां ने, ते गुरु पातशाह महाराज थोड़ी सारियां दी हाजरी दर प्रवान करन। चौबी साहिब की पावन पवित्र जो कथा है, कल नूं इत्थों ही फिर शुरू करांगे। संगतां इस तो वधेरे होर हाजरी भरियो। साध संगत जी माघ का महीना तो है ही ऐसा, गुरु पातशाह दे हजूर हाजरियां भरिया करिए। साडा शरीर ही तां ये सफला होंदा। अमृत बाणी आनंद साहिब विच महाराज ने बख्श कीती है, हे श्रवणो मेरिओ साचा सुनना नो पठाए। कन्नां नूं कास वास्ते लगन लगे ने। ये परमेश्वर का नाम बाणी सुनने वास्ते, साचा सुनने ने पठाए शरीर लाए, सुनो सतबाणी। बाणी सुनने वास्ते लाए कन, तां कन सब ले। इस करके आपां लाहा लेना, गुरु पातशाह रहमत करन। थोड़ी दाह की हाजरी अपने अंदर प्रवान करना। महान पवित्र अमृत बाणी साध संगत जी, यदि विचार कर लेने साडा आम जीवां दा काम नहीं। जिदा थोड़े मोटे जिन्नी हाजरी लगी कबूल करो, तो माफियां मंगिए पातशाह महाराज आदि। महान अमृत बाणी पवित्र है, उच्ची सुच्ची है। असी संसारी जीव हाँ, तो आपदी महान अमृत बाणी की विचार करदे होइयां बहुत ही भुलां दिखियां। बख्श करो महाराज सच्चे पातशाह महाराज जी, अगे वास्ते समात बख्शो। ते नाल नाल बेनती करा, जितने भी तुसीं आए हो ना, कल नूं बाकी रहिंदी जिहड़ी विचार आपां कर लांगे। एक एक दो दो पंज पाठ जरूर श्री चौबी साहिब दे जरूर करो, तां ही अपना हाजरी भरन दा फायदा है। जिहड़ा नहीं जानदा सुन लो। भाई ज्ञानी जी अपने जरनैल सिंह जी नितनेम वाले, उन्हों का तुम नितनेम मिल जाएगा। मोबाइल तो सारे चलाउण जानते हैं ना, बाणी नहीं पढ़न जाए सारे जानते, मोबाइल तो ही सारे ही जानते हैं। पंज पाठ जरूर सुनो, 3 मिनट लगते हैं बाणी पाठ। चौबी साहिब का पाठ 3 मिनट लगते सिर्फ। ये 5 पाठ तो जरूर कल नूं करके आने ने। बाकी विचार रहिंदे भी कल नूं करांगे। सच्चे पातशाह रहमत करन, सारे हाजरी सब की तरफ प्रमाण होवे। गुरु पातशाह रहमत करन। इत्थे ही कथा समाप्ति है। भुलां चुकां दी खिमा करनी जी। नमस्कार तिसही को हमारी, सकल प्रजा जिन आप सवारी। सेवकन को सब गुण सख दियो, सत्रन को पल मोह बद कियो। वाहिगुरु जी का खालसा, वाहिगुरु जी की फतेह। रामकली महला तीजा। आनंद एक ओंकार, सतਿਗੁਰ प्रसाद।